ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਪੰਚ ਪਰਵਾਨ ਪੰਚ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਜਪਜੀ ਸਾਹਿਬ ਪਾਵਨ ਬਾਣੀ ਹੈ, ਇਸ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਸਵਾਲ ਕਰਦੇ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਯੋਗ ਉੱਤਰ ਦੇ ਕਰਕੇ ਸਭ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰਦੇ ਹਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਭਵਿੱਖਤ ਬਚਨ ਬਾਬਤ ਜਦੋਂ ਸਿੱਧਾਂ ਨੇ ਬੇਨਤੀ ਕੀਤੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਸ਼੍ਰਵਣ ਦਾ ਮੰਨਣ ਵੀ ਆਪ ਜੀ ਨੇ ਸਤਿਗੁਰੂ ਜੀਓ ਸ਼੍ਰਵਣ ਦਾ ਮਹਾਤਮ ਵੀ ਕਥਨ ਕਰ ਦਿੱਤਾ, ਫਿਰ ਮੰਨਣ ਦਾ ਮਹਾਤਮ ਵੀ ਆਪ ਜੀ ਨੇ ਕਥਨ ਕਰ ਦਿੱਤਾ। ਨਿਧਿਆਸਣ ਦੇ ਪ੍ਰਥਾਏ ਵੀ ਆਪ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਹਜ਼ੂਰ ਨੇ ਜਪਜੀ ਸਾਹਿਬ ਦੀ 16ਵੀਂ ਪੌੜੀ ਦੇ ਅੰਦਰ ਨਿਧਿਆਸਣ ਦਾ ਕਥਨ ਕੀਤਾ। ਤਿੰਨ ਅਰਥ ਕਾਲ ਆਸਾਂ ਨੇ ਸਰਵਣ ਕੀਤੇ ਸਨ ਇਸ ਪੌੜੀ ਦੇ। ਪਹਿਲਾਂ ਨਿਧਿਆਸਣ ਦੇ ਪ੍ਰਥਾਏ ਉਚਾਰਿਆ, ਫਿਰ ਨਿਧਿਆਸਣ ਦਾ ਸਰੂਪ ਕਿਹੋ ਜਿਹਾ ਹੁੰਦਾ, ਫਿਰ ਸਾਧ ਸੰਗਤ ਜੀ ਤੀਸਰਾ ਜੋ ਸਿੱਧਾਂ ਦੇ ਬੇਨਤੀ ਕਰਨ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਇਹ ਦੱਸੋ ਕਿ ਪ੍ਰਮਾਤਮਾ ਦਾ ਸਰੂਪ ਕਿਹੋ ਜਿਹਾ ਹੈ। ਇਹ ਤਿੰਨ ਅਰਥ ਕੱਲ੍ਹ ਆਸਾਂ ਨੇ ਸਰਵਣ ਕੀਤੇ ਸਨ। ਹੁਣ ਫੇਰ ਅੱਗੇ ਜਦੋਂ ਸਿੱਧਾਂ ਨੇ ਬੇਨਤੀ ਕੀਤੀ ਹੱਥ ਜੋੜ ਕਰਕੇ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਦੱਸੋ, ਜਿਸ ਸਰੀਰ ਦੁਆਰਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨਾ ਹੈ, ਇਹ ਸਰੀਰ ਦੇ ਅੰਦਰ ਮੁਖੀ ਕੀ ਹੈ, ਕਿਹੜੀ ਚੀਜ਼ ਹੈ ਜਿਹੜੀ ਮੁਖੀ ਹੋ ਕਰਕੇ ਰਹਿ ਰਹੀ ਹੈ। ਜੋ ਜਿਵੇਂ ਇੱਕ ਰਾਜਾ ਹੁੰਦਾ,
ਰਾਜਾ ਹੀ ਪ੍ਰਜਾ ਨੂੰ ਚਲਾਉਂਦਾ ਹੈ, ਰਾਜਾ ਮੁਖੀ ਮੰਨਿਆ ਜਾਂਦਾ ਹੈ। ਤਿਵੇਂ ਸਰੀਰ ਦੇ ਅੰਦਰ ਜਿਵੇਂ ਇੰਦਰੇ ਹਨ, ਪ੍ਰਾਣ ਹੈ, ਬਿਰਤੀਆਂ ਨੇ, ਇਹਨਾਂ ਸਭ ਦਾ ਮੁਖੀ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਇਸ ਪੌੜੀ ਦੇ ਅੰਦਰ ਚੌਥੇ ਜਿਹੜੇ ਅਰਥ ਆ ਰਹੇ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਫਿਰ ਕਹਿੰਦੇ ਹਨ ਜੀ ਇਹ ਸਰੀਰ ਸੂਖਸ਼ਮ ਤੇ ਜਿਹੜਾ ਸਥੂਲ ਸਰੀਰ ਇਹ ਕਿਵੇਂ ਬਣਦਾ ਹੈ? ਇਹ ਸਾਰੇ ਜਵਾਬ ਇਸ ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਹੈ ਸਾਧ ਸੰਗਤ ਜੀ। ਫਿਰ ਯੋਗ ਮਤ ਦੁਆਰਾ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਔਰ ਇਸੇ ਪ੍ਰਕਾਰ ਫਿਰ ਛੇਵੇਂ ਥਾਂ ਤੇ ਜਿਹੜੇ ਭਵਿੱਖਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਸਵਾਲ ਕੀਤਾ, ਉਦੋਂ ਵੀ ਜਵਾਬ ਸਤਿਗੁਰੂ ਜੀ ਦੇਣਗੇ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਪਰਵਾਣ ਪੰਚ ਪ੍ਰਧਾਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਚੌਥੇ ਸਵਾਲ ਦਾ ਜਵਾਬ ਦੇ ਰਹੇ ਹੈ ਸਿੱਧਾਂ ਦੀ ਬੇਨਤੀ ਕਰਨ ਤੇ ਕਿ ਸੂਖਸ਼ਮ ਸਰੀਰ ਤੇ ਸਥੂਲ ਸਰੀਰ ਕਿਵੇਂ ਬਣਦਾ ਹੈ, ਫਿਰ ਇਹਨਾਂ ਵਿੱਚ ਮੁਖੀ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੰਜ ਵਿਸ਼ੇ ਹੈ ਨਾ, ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ, ਇਹ ਸੂਖਸ਼ਮ ਇਹ ਵਿਸ਼ੇ ਹਨ। ਇਹਨਾਂ ਪੰਜਾਂ ਵਿਸ਼ਿਆਂ ਦੇ ਦੁਆਰਾ ਹੀ ਸੂਖਸ਼ਮ ਸਰੀਰ ਬਣਦਾ ਹੈ। ਫਿਰ ਇਸ ਪ੍ਰਕਾਰ ਪੰਜ ਪਰਵਾਨ, ਇਹ ਕਹਿੰਦੇ ਹਨ ਕਿ ਇਹਨਾਂ ਦੇ ਕਰਕੇ ਜਿਹੜੀ ਪ੍ਰਮਾਣਿਕਤਾ ਹੁੰਦੀ ਹੈ, ਇਹਨਾਂ ਕਰਕੇ ਹੀ ਸੂਖਸ਼ਮ ਸਰੀਰ ਜਿਹੜਾ ਤਿਆਰ ਹੁੰਦਾ ਹੈ। ਫਿਰ ਪੰਜ ਪ੍ਰਧਾਨ ਜਿਹੜੇ ਸਾਧ ਸੰਗਤ ਜੀ ਪੰਜ ਸਥੂਲ ਤੱਤ ਹਨ, ਹਵਾ, ਪਾਣੀ, ਧਰਤੀ, ਆਕਾਸ਼, ਅੱਗ, ਇਹ ਜਿਹੜੇ ਪੰਜ ਤੱਤ ਹੈ, ਇਹਨਾਂ ਤੋਂ ਸਥੂਲ ਸਰੀਰ ਬਣਨਾ ਕਰਦਾ ਹੈ। ਜਿਤਨੇ ਵੀ ਸੰਸਾਰ ਦੇ ਜੀਵਾਂ ਦੇ ਸਰੀਰ ਬਣੇ ਹੋਏ ਹੈ, ਜਿਤਨੇ ਵੀ ਸਰੂਪ ਬਣੇ ਹੋਏ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਜ ਸੂਖਸ਼ਮ ਤੱਤਾਂ ਤੋਂ ਅਤੇ ਪੰਜ ਸਥੂਲ ਤੱਤਾਂ ਤੋਂ ਬਣੇ ਹੋਏ ਹੈ। ਸੂਖਸ਼ਮ ਤੱਤਾਂ ਤੋਂ ਸੂਖਸ਼ਮ ਸਰੀਰ ਬਣੇ ਹੈ ਔਰ ਸਥੂਲ ਤੱਤਾਂ ਤੋਂ ਸਥੂਲ ਸਰੀਰ ਬਣੇ ਹੋਏ ਹੈ। ਇਸ ਪ੍ਰਕਾਰ ਇਹਨਾਂ ਪੰਜਾਂ ਸੂਖਸ਼ਮ ਤੱਤਾਂ ਦੀ ਪ੍ਰਮਾਣਿਕਤਾ ਹੈ। ਫਿਰ ਜਿਹੜੇ ਪੰਜ ਸਥੂਲ ਤੱਤ ਹਨ ਜਿਨ੍ਹਾਂ ਕਰਕੇ ਸਥੂਲ ਸਰੀਰ ਬਣੇ ਹੋਏ ਹੈ, ਇਹਨਾਂ ਦੀ ਇਹ ਪ੍ਰਧਾਨਤਾ ਇਉਂ ਜਾਣਨਾ ਕਰੋ। ਪੰਚ ਪਰਵਾਣ ਪੰਚ ਪ੍ਰਧਾਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹੈ ਸਿੱਧੋ ਔਰ ਸੂਖਸ਼ਮ ਤੇ ਸਥੂਲ ਸਰੀਰ ਇਹਨਾਂ ਪੰਜਾਂ ਸੂਖਸ਼ਮ ਤੇ ਸਥੂਲ ਤੱਤਾਂ ਤੋਂ ਇਹ ਬਣੇ ਹਨ। ਇਸ ਕਰਕੇ ਇਹਨਾਂ ਦੀ ਪ੍ਰਮਾਣਿਕਤਾ ਔਰ ਪ੍ਰਧਾਨਤਾ ਜਾਣਨਾ ਕਰੋ। ਪੰਚੇ ਪਾਵਹਿ ਦਰਗਹਿ ਮਾਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਜਿਹੜੇ ਪੰਜ ਗਿਆਨ ਇੰਦਰੀ ਹੈ ਨਾ, ਦਰ ਅੰਤਸ਼ਕਰਨ ਹਿਰਦੇ ਦੇ ਅੰਦਰ, ਦਰ ਨਾਮ ਅੰਤਸ਼ਕਰਨ ਦਾ ਹੈ ਔਰ ਹਿਰਦੇ ਅੰਦਰ ਪ੍ਰਮਾਤਮਾ ਦੀ ਚੇਤਨ ਸੱਤਾ ਹੈ। ਹਰ ਇੱਕ ਘਟ ਦੇ ਅੰਦਰ ਪ੍ਰਮਾਤਮਾ ਦੀ ਚੇਤਨ ਸੱਤਾ ਵਰਤ ਰਹੀ ਹੈ। ਹਰ ਇੱਕ ਘਟ ਦੇ ਅੰਦਰ ਵਾਹਿਗੁਰੂ ਦਾ ਸਰੂਪ ਵਿਆਪਕ ਹੈ। ਇਸ ਲਈ ਉਹ ਚੇਤਨ ਸੱਤਾ ਦੇ ਦੁਆਰਾ ਇਹ ਜਿਹੜੇ ਪੰਜ ਗਿਆਨ ਇੰਦਰੀ ਹੈ ਨਾ, ਗਿਆਨ ਸੱਤਾ ਪ੍ਰਾਪਤ ਕਰਦੇ ਹੈ। ਇਹਨਾਂ ਦਾ ਆਪਣਾ ਬਲ ਥੋੜ੍ਹਾ ਹੈ, ਪ੍ਰਮਾਤਮਾ ਦੀ ਚੇਤਨ ਸ਼ਕਤੀ ਕਰਕੇ ਇਹਨਾਂ ਨੂੰ ਗਿਆਨ ਮਿਲਦਾ ਹੈ। ਤਾਂ ਹੀ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਆਉਂਦੀ ਹੈ, ਰੂਪਾਂ ਨੂੰ ਦੇਖਣ ਦਾ ਗਿਆਨ ਪ੍ਰਾਪਤ ਹੁੰਦਾ ਹੈ। ਕੰਨਾਂ ਵਿੱਚ ਸੁਣਨ ਸ਼ਕਤੀ ਆਉਂਦੀ ਹੈ। ਚੇਤਨ ਸੱਤਾ ਦੇ ਦੁਆਰਾ ਹੀ ਕੰਨਾਂ ਦੇ ਵਿੱਚ ਸੁਣਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜੇਕਰ ਨੇਤਰਾਂ ਵਿੱਚ ਨਾ ਦੇਖੀਏ ਜਾਵੇ ਤੇ ਕੰਨਾਂ ਦੁਆਰਾ ਸੁਣ ਕੇ ਹੀ ਮਨੁੱਖ ਨੂੰ ਕਈ ਵਾਰ ਆਵਾਜ਼ ਤੋਂ ਪਹਿਚਾਣ ਲਿਆ ਜਾਂਦਾ ਹੈ। ਇਹ ਚੇਤਨ ਸੱਤਾ ਦੀ ਸ਼ਕਤੀ ਦੁਆਰਾ ਹੈ। ਫਿਰ ਜਿਹੜੀ ਜ਼ੁਬਾਨ ਹੈ, ਰਸਨਾ ਹੈ, ਇਹਦੇ ਦੁਆਰਾ ਰਸਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਚੇਤਨ ਸੱਤਾ ਦੀ ਸ਼ਕਤੀ ਦੁਆਰਾ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਕਹਿੰਦੇ ਜਿਹੜੇ ਪੰਜ ਗਿਆਨ ਇੰਦਰੀ ਆ ਨਾ, ਇਹ ਸਾਰੀ ਚੇਤਨ ਸੱਤਾ ਦੀ ਸ਼ਕਤੀ ਕਰਕੇ ਹੀ ਜਾਣੋ। ਇਹ ਚੇਤਨ ਸੱਤਾ ਦੁਆਰਾ ਇਹਨਾਂ ਨੂੰ ਬਲ ਮਿਲਦਾ ਹੈ, ਇਸ ਕਰਕੇ ਹੀ ਗਿਆਨ ਪ੍ਰਾਪਤ ਹੁੰਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਫਿਰ ਇਹ ਪੰਕਤੀ ਪੜੋ ਜੀ। ਪੰਚੇ ਪਾਵਹਿ ਦਰਗਹਿ ਮਾਨ। ਫਿਰ ਕਹਿੰਦੇ ਇਹ ਐਸਾ ਮਾਣ ਪ੍ਰਾਪਤ ਕਰਦੇ ਆ, ਨੇਤਰਾਂ ਵਿੱਚ ਦੇਖਣ ਸ਼ਕਤੀ ਹੁੰਦੀ ਹੈ, ਮਾਣ ਪ੍ਰਾਪਤ ਕਰਦੇ ਹਨ। ਕਿੰਨੀ ਕਿੰਨੀ ਕੋਹਾਂ ਦੀ ਦੂਰੀ ਤੇ ਹੀ ਪਤਾ ਲੱਗ ਜਾਂਦਾ ਕਿ ਫਲਾਣਾ ਮਨੁੱਖ ਖਲੋਤਾ ਹੈ। ਫਿਰ ਆਵਾਜ਼ ਸੁਣ ਕਰਕੇ ਹੀ ਬੰਦੇ ਨੂੰ ਸਿਆਣ ਲਿਆ ਜਾਂਦਾ ਹੈ। ਰਸਨਾ ਤੋਂ ਬੋਲਿਆ ਵੀ ਜਾਂਦਾ ਹੈ, ਰਸਨਾ ਦੇ ਦੁਆਰਾ ਰਸ ਗਿਆਨ ਦਾ ਵੀ ਪ੍ਰਾਪਤ ਹੁੰਦਾ ਹੈ, ਕੰਨਾਂ ਦੁਆਰਾ ਸੁਣਿਆ ਵੀ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਸਕਾਂ ਦੁਆਰਾ ਗੰਧੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹ ਜਿਹੜੇ ਪੰਜ ਗਿਆਨ ਇੰਦਰੀ ਹਨ, ਇਹ ਸਾਰੀ ਚੇਤਨ ਸੱਤਾ ਦੀ ਸ਼ਕਤੀ ਦੁਆਰਾ ਇਹਨਾਂ ਨੂੰ ਗਿਆਨ ਪ੍ਰਾਪਤ ਹੋ ਰਿਹਾ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਪੰਚੇ ਪਾਵਹਿ ਦਰਗਹਿ ਮਾਨ, ਦਰ ਹਿਰਦੇ ਅੰਤਸ਼ਕਰਨ ਦੇ ਵਿੱਚੋਂ ਚੇਤਨ ਸੱਤਾ ਪ੍ਰਾਪਤ ਕਰਕੇ ਇਉਂ ਇਸ ਪ੍ਰਕਾਰ ਇਹ ਪੰਜ ਗਿਆਨ ਇੰਦਰੀ ਵੀ ਮਾਣ ਪ੍ਰਾਪਤ ਕਰ ਰਹੇ ਹਨ। ਪੰਚੇ ਸੋਹ ਹੈ ਦਰ ਰਾਜਾਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਰੀਰ ਦੇ ਅੰਦਰ ਪੰਜ ਪ੍ਰਾਣ ਹਨ, ਕਿਉਂਕਿ ਪੰਜ ਪ੍ਰਾਣ ਹੈ, ਪੰਜ ਪ੍ਰਕਾਰ ਦੀ ਵਾਯੂ ਵੀ ਸਾਡੇ ਸਰੀਰ ਦੇ ਅੰਦਰ ਹੈ। ਇਹ ਅੱਗੇ ਅੱਗੇ ਸਾਧ ਸੰਗਤ ਜੀ ਇਹਨਾਂ ਦਾ ਜ਼ਿਕਰ ਆਵੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਪੰਚੇ ਸੋਹ ਹੈ ਦਰ ਰਾਜਾਨ। ਇੱਥੇ ਹੁਣ ਸਿੱਧਾਂ ਦੇ ਪੁੱਛੇ ਹੋਏ ਸਵਾਲ ਦਾ ਜਵਾਬ ਦਿੱਤਾ ਹਜੂਰ ਨੇ ਕਿ ਸਰੀਰ ਦੇ ਅੰਦਰ ਮੁਖੀ ਕੌਣ ਹੈ, ਜਿਹੜਾ ਰਾਜਾ ਰੂਪ ਹੋ ਕਰਕੇ ਵਰਤ ਰਿਹਾ ਹੈ। ਜਿਹੜੇ ਪੰਜ ਪ੍ਰਾਣ ਹੈ ਨਾ, ਪ੍ਰਾਣ, ਸਮਾਨ, ਬਿਆਨ, ਉਦਿਆਨ, ਅਪਾਨ, ਇਹ ਪੰਜ ਪ੍ਰਕਾਰ ਦੇ ਪ੍ਰਾਣ ਮੰਨੇ ਹੈ। ਇਹਨਾਂ ਨੂੰ ਗੁਰਮਤਿ ਦੇ ਅਨੁਸਾਰ ਵੀ ਸਾਧ ਸੰਗਤ ਜੀ ਜੋ ਸਤਿਪੁਰਸ਼ਾਂ ਨੇ ਕਥਨ ਕੀਤਾ ਹੈ, ਜਿਵੇਂ ਪ੍ਰਾਣ ਹੈ ਸਾਧ ਸੰਗਤ ਜੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਰਮਾਨਿਕ ਮੰਨਣ ਯੋਗ ਹੋ ਕਰਕੇ ਰਹਿਣਾ। ਫਿਰ ਇਸੇ ਪ੍ਰਕਾਰ ਜਿਹੜਾ ਅਪਾਨ ਹੈ, ਸੰਸਾਰ ਦੇ ਵੱਲੋਂ ਜਿਹੜਾ ਜਾਣਨ ਤੋਂ ਰਹਿਤ ਹੋ ਜਾਣਾ ਕਿ ਪਰਮੇਸ਼ਰ ਦੇ ਸਰੂਪ ਨੂੰ ਹੀ ਜਾਣਨਾ। ਉਦਿਆਨ ਜਗਤ ਨੂੰ, ਸੰਸਾਰ ਨੂੰ ਭਿਆਨਕ ਜੰਗਲ ਰੂਪ ਜਾਣਨਾ। ਮਹਾ ਉਦਿਆਨ ਭਿਆਨ ਨਗਰ ਕਰ ਮਾਨਿਆ। ਇਸ ਪ੍ਰਕਾਰ ਔਰ ਇਸੇ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਅਮਾਨ ਹੈ, ਭਾਵ ਇੱਕ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦਾ ਮੰਨਣ ਨਾ ਕਰਨਾ। ਇਹ ਗੁਰਮਤਿ ਦੇ ਅਨੁਸਾਰ ਵੀ ਪੰਜ ਪ੍ਰਾਣਾਂ ਦਾ ਜ਼ਿਕਰ ਆਉਂਦਾ ਹੈ। ਸੋ ਰਹੋ ਵਿਚਾਰ ਹਜੂਰ ਫਰਮਾਉਂਦੇ ਪੰਚੇ ਸੋਹੇ ਦਰ ਰਾਜਾਨ। ਜੋ ਸਾਡੇ ਸਰੀਰ ਦੇ ਅੰਦਰ ਪੰਜ ਪ੍ਰਾਣ ਹਨ, ਇਹ ਸਿੱਧੋ ਇਹੋ ਹੀ ਰਾਜਾ ਰੂਪ ਹੋ ਕਰਕੇ ਸ਼ੋਭ ਰਹੇ ਹਨ। ਇਹੋ ਹੀ ਇੰਦਰੀਆਂ ਦੇ, ਇਹੋ ਹੀ ਕਰਮ ਇੰਦਰੀਆਂ ਦੇ, ਮਨ ਦੇ, ਇਹ ਸਭ ਦੇ ਕਹਿੰਦੇ ਰਾਜਾ ਰੂਪ ਹੋ ਕਰਕੇ ਵਰਤ ਰਹੇ ਹੈ। ਕਿਉਂਕਿ ਜਿੰਨੀ ਦੇਰ ਤੱਕ ਸਰੀਰ ਅੰਦਰ ਪ੍ਰਾਣ ਹਨ, ਉਨੀ ਦੇਰ ਤੱਕ ਮਨੁੱਖ ਚੱਲ ਫਿਰ ਸਕਦਾ ਹੈ, ਕੁਝ ਗਿਆਨ ਪ੍ਰਾਪਤ ਕਰ ਸਕਦਾ ਹੈ, ਖਾ ਸਕਦਾ ਹੈ, ਗੱਲਬਾਤ ਕਰ ਸਕਦਾ ਹੈ, ਔਰ ਉਨੀ ਦੇਰ ਤੱਕ ਬਿਰਤੀਆਂ ਦੇ ਨਾਲ ਕੋਈ ਸੋਚ ਸਕਦਾ ਹੈ ਜਿੰਨੀ ਦੇਰ ਤੱਕ ਪ੍ਰਾਣ ਹਨ। ਪ੍ਰਾਣਾਂ ਤੋਂ ਬਿਨਾਂ ਤਾਂ ਸਰੀਰ ਦਾ ਸਾਰਾ ਹੀ ਢਾਂਚਾ ਖਲੋ ਜਾਵੇਗਾ। ਇੱਕ ਵਾਰ ਕਹਿੰਦੇ ਪ੍ਰਾਣਾਂ ਤੇ ਇੰਦਰੀਆਂ ਦਾ ਆਪਸ ਦੇ ਵਿੱਚ ਸੰਵਾਦ ਹੋਇਆ, ਚਰਚਾ ਹੋਈ, ਤੇ ਚਰਚਾ ਦੇ ਵਿੱਚ ਪ੍ਰਾਣ ਕਹਿੰਦੇ ਕਿ ਅਸੀਂ ਮੁਖੀ ਹਾਂ ਸਰੀਰ ਦੇ ਅੰਦਰ, ਤੇ ਜਿਹੜੇ ਇੰਦਰੀ ਸਾਨੂੰ ਉਹ ਆਖਣ ਨਹੀਂ ਨਹੀਂ, ਝਗੜੀ ਜਾਣ ਕੇ ਨਹੀਂ, ਸਾਡੇ ਤੋਂ ਬਿਨਾਂ ਤੇ ਸਰੀਰ ਚੱਲਦਾ ਹੀ ਨਹੀਂ ਹੈ। ਪੈਰਾਂ ਤੋਂ ਬਿਨਾਂ ਕਿਵੇਂ ਸਰੀਰ ਚੱਲੇਗਾ, ਜ਼ੁਬਾਨ ਤੋਂ ਬਿਨਾਂ ਕਿਵੇਂ ਬੋਲਿਆ ਜਾਵੇਗਾ, ਕਿਵੇਂ ਰਸ ਚਖਿਆ ਜਾ ਸਕਦਾ, ਕੰਨਾਂ ਤੋਂ ਬਿਨਾਂ ਕਿਵੇਂ ਸੁਣਿਆ ਜਾ ਸਕਦਾ, ਨੇਤਰਾਂ ਤੋਂ ਬਿਨਾਂ ਕਿਵੇਂ ਸੰਸਾਰ ਨੂੰ ਦੇਖਿਆ ਜਾ ਸਕਦਾ ਹੈ। ਇਹ ਇੰਦਰੀਆਂ ਤੇ ਪ੍ਰਾਣਾਂ ਦੇ ਵਿੱਚ ਫਿਰ ਝਗੜਾ ਹੋਣ ਲੱਗ ਪਿਆ। ਪਹਿਲਾਂ ਸੰਵਾਦ ਹੋ ਰਿਹਾ ਸੀ, ਚਰਚਾ ਹੋ ਰਹੀ ਸੀ, ਫਿਰ ਆਖਰਕਾਰ ਇਸ ਬਾਬਤ ਤੇ ਸਾਖੀ ਦਾ ਜ਼ਿਕਰ ਆਉਂਦਾ। ਕਹਿੰਦੇ ਬ੍ਰਹਮਾ ਜੀ ਕੋਲ ਆ ਗਏ ਝਗੜਦੇ ਹੋਏ ਇੰਦਰੀ ਤੇ ਪ੍ਰਾਣ। ਜਦੋਂ ਬ੍ਰਹਮਾ ਜੀ ਕੋਲ ਆਏ ਤੇ ਆ ਕਰਕੇ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਦੱਸੋ ਸਰੀਰ ਦੇ ਅੰਦਰ ਮੁਖੀ ਪ੍ਰਾਣ ਹਨ ਕਿ ਇੰਦਰੀ ਹੈ। ਤੇ ਬ੍ਰਹਮਾ ਜੀ ਕਹਿੰਦੇ ਚਲੋ ਠੀਕ ਹੈ, ਤੁਹਾਨੂੰ ਸਿੱਧ ਕਰਕੇ ਦੱਸ ਦਿੰਦੇ ਆ। ਪਹਿਲਾਂ ਇੰਦਰੀਆਂ ਨੂੰ ਕਿਹਾ ਸਰੀਰ ਦੇ ਵਿੱਚੋਂ ਕਿ ਇੱਕ ਇੱਕ ਕਰਕੇ ਤੁਸੀਂ ਬਾਹਰ ਆ ਜਾਵੋ, ਫਿਰ ਹੁਣੇ ਪਤਾ ਲੱਗ ਜਾਣਾ ਮੁਖੀ ਕੌਣ ਹੈ, ਪ੍ਰਾਣ ਹਨ ਕਿ ਇੰਦਰੀ ਹੈ। ਕਿਹੜੀ ਕੋਈ ਵੱਡੀ ਗੱਲ ਹੈ। ਪਹਿਲਾਂ ਨੇਤਰਾਂ ਨੂੰ ਆਖਿਆ ਕਿ ਹੇ ਨੇਤਰੋ ਤੁਸੀਂ ਇਹ ਸਰੀਰ ਦੇ ਵਿੱਚੋਂ ਬਾਹਰ ਆ ਜਾਵੋ।
ਜਦੋਂ ਨੇਤਰ ਗੁਪਤ ਹੋ ਗਏ, ਦੇਖਣ ਸੰਸਾਰ ਜਿਹੜਾ ਸੀ ਦਿਸਣਾ ਹਟ ਗਿਆ, ਪਰ ਸਰੀਰ ਜਿਹੜਾ ਸੀ ਉਸੇ ਤਰ੍ਹਾਂ ਦਰੁਸਤ ਰਿਹਾ। ਫਿਰ ਕੰਨਾਂ ਨੂੰ ਆਖਿਆ ਕਿ ਤੁਸੀਂ ਗੁਪਤ ਹੋ ਜਾਵੋ। ਕੰਨ ਗੁਪਤ ਹੋ ਗਏ, ਸੁਣਨੋਂ ਵੀ ਹਟ ਗਿਆ, ਪਰ ਸਰੀਰ ਤਾਂ ਨਹੀਂ ਨਾ ਜੇ ਢਲਿਆ। ਔਰ ਇਸੇ ਪ੍ਰਕਾਰ ਜ਼ੁਬਾਨ ਨੂੰ ਕਿਹਾ, ਇੱਕ ਇੱਕ ਕਰਕੇ ਇੰਦਰੀਆਂ ਨੂੰ ਕਿਹਾ, ਤੇ ਜਿਹੜਾ ਸਰੀਰ ਬਾਕੀ ਬਚਿਆ ਸੀ ਨਾ, ਚੰਮ ਜਿਹੜਾ ਸੀ, ਬਾਕੀ ਸਰੀਰ ਸਹਿਜੇ ਸਹਿਜੇ ਸਹਿਕਦਾ ਰਹਿ ਗਿਆ, ਕਿਉਂਕਿ ਪ੍ਰਾਣ ਅਜੇ ਚੱਲਦੇ ਪਏ ਸਨ। ਫਿਰ ਜਦੋਂ ਸਾਧ ਸੰਗਤ ਸਰੀਰ ਸਹਿਕਦਾ ਪਿਆ ਨਜ਼ਰ ਆਇਆ, ਕਹਿੰਦੇ ਕਿ ਇੰਦਰੀਆਂ ਨੂੰ ਫਿਰ ਕਿਹਾ ਕਿ ਆਪਣੀ ਆਪਣੀ ਜਗ੍ਹਾ ਤੇ ਆ ਜਾਵੋ। ਸਰੀਰ ਦੇ ਆਪੋ ਆਪਣੀ ਜਗ੍ਹਾ ਤੇ ਜਦੋਂ ਆ ਗਏ, ਤੇ ਫਿਰ ਜਦੋਂ ਪ੍ਰਾਣਾਂ ਨੂੰ ਕਿਹਾ, ਬ੍ਰਹਮਾ ਜੀ ਕਹਿੰਦੇ ਹੁਣ ਪ੍ਰਾਣੋ ਤੁਸੀਂ ਗੁਪਤ ਹੋ ਨਾ ਕਰੋ। ਜਦੋਂ ਪ੍ਰਾਣ ਸਰੀਰ ਦੇ ਵਿੱਚੋਂ ਨਿਕਲੇ ਤੇ ਉਸੇ ਸਮੇਂ ਸਰੀਰ ਰੂਪੀ ਗੱਡਾ ਟਹਿ ਕਰਕੇ ਧਰਤੀ ਤੇ ਡਿੱਗ ਪਿਆ। ਭਾਵ ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਹੈ, ਪਰਮਾਤਮਾ ਦੇ ਬਖਸ਼ੇ ਹੋਏ ਸਵਾਸ ਹਨ, ਉਨੀ ਦੇਰ ਤੱਕ ਹੀ ਸਰੀਰ ਚੱਲਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹ ਰਾਜਾ ਰੂਪ ਹੋ ਕਰਕੇ ਪ੍ਰਾਣ ਹੀ ਜਿਹੜੇ ਆ ਨਾ ਸਰੀਰ ਦੇ ਅੰਦਰ ਸ਼ੋਭਾ ਪਾ ਰਹੇ ਹੈ, ਸ਼ੋਭਨਿਕ ਹੋ ਰਹੇ ਹੈ। ਤੇ ਬ੍ਰਹਮਾ ਜੀ ਨੇ ਕਿਹਾ ਕਿ ਇੰਦਰੇ ਨਹੀਂ, ਇਹ ਪ੍ਰਾਣ ਰਾਜਾ ਰੂਪ ਹੋ ਕਰਕੇ ਵਰਤ ਰਹੇ ਹਨ। ਇੰਦਰੀਆਂ ਦੇ ਬਿਰਤੀਆਂ ਦੇ ਸਭ ਦੇ ਰਾਜਾ ਰੂਪ ਹੋ ਕਰਕੇ ਵਰਤ ਰਹੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਸਿੱਧੋ ਪੰਚੇ ਸੋਹੇ ਦਰ ਰਾਜਾਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਜਿਹੜੇ ਪੰਜ ਪ੍ਰਾਣ ਹੈ ਨਾ, ਇਹੋ ਹੀ ਰਾਜਾ ਰੂਪ ਹੋ ਕਰਕੇ ਸਰੀਰ ਰੂਪੀ ਨਗਰੀ ਦੇ ਅੰਦਰ ਸ਼ੋਭ ਰਹੇ ਹਨ। ਪੰਚਾ ਕਾ ਗੁਰ ਏਕ ਧਿਆਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਸਿੱਧੋ ਇਹ ਜਿਹੜੇ ਪੰਜ ਪ੍ਰਾਣ ਹੈ, ਫਿਰ ਕਹਿੰਦੇ ਹਨ ਇਹ ਪੰਜਾਂ ਪ੍ਰਾਣਾਂ ਨੂੰ ਵਸੀਕਾਰ ਕਰਨ ਵਾਲੇ, ਜਾਂ ਫਿਰ ਜਿਹੜੇ ਪੰਜ ਸਥੂਲ ਤੱਤ ਹਨ, ਇਹਨਾਂ ਪੰਜਾਂ ਤੱਤਾਂ ਤੋਂ ਇੱਕ ਇੱਕ ਗੁਣ ਲੈ ਕਰਕੇ ਜਿਨ੍ਹਾਂ ਨੇ ਪੂਜਨਿਕ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨਾ ਕੀਤਾ ਹੈ। ਔਰ ਇਸ ਲਈ ਸਿੱਧੋ ਤੁਹਾਨੂੰ ਵੀ ਸਭ ਨੂੰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨਾ ਚਾਹੀਦਾ ਹੈ, ਕਿਉਂਕਿ ਜੋ ਪਰਮੇਸ਼ਰ ਹੈ ਇੱਕ ਇੱਕ ਪੱਖੀ ਦ੍ਰਿਸ਼ਟਾਨ ਦੇ ਕਰਕੇ ਹਜੂਰ ਨੇ ਗੁਰਬਾਣੀ ਵਿੱਚ ਵੀ ਕਥਨ ਕੀਤਾ ਹੈ ਕਿ ਆਕਾਸ਼ ਦੀ ਤਰ੍ਹਾਂ ਉਹ ਪਰਮੇਸ਼ਰ ਵਿਆਪਕ ਹੈ, ਜਲ ਦੀ ਤਰ੍ਹਾਂ ਪਰਮੇਸ਼ਰ ਦਾ ਉਜਲ ਨਿਰਮਲ ਸਰੂਪ ਹੈ, ਫਿਰ ਅਗਨੀ ਦੀ ਤਰ੍ਹਾਂ ਉਹ ਪ੍ਰਕਾਸ਼ ਸਰੂਪ ਹੈ, ਹਵਾ ਦੀ ਤਰ੍ਹਾਂ ਉਹ ਪਰਮੇਸ਼ਰ ਨਿਰਲੇਪ ਸਰੂਪ ਹੈ। ਸਭ ਨੂੰ ਸਮਾਨ ਉਹ ਪਰਮੇਸ਼ਰ ਜਾਣ ਕਰਕੇ ਦਾਤਾਂ ਦਿੰਦਾ ਹੈ। ਔਰ ਇਸੇ ਪ੍ਰਕਾਰ ਧਰਤੀ ਦੀ ਤਰ੍ਹਾਂ ਪਰਮੇਸ਼ਰ ਖਿਮਾ ਸਰੂਪ ਹੈ। ਹਰ ਇੱਕ ਜੀਵ ਭੁੱਲਣਹਾਰਾ ਹੈ ਤੇ ਪਰਮਾਤਮਾ ਬਖਸ਼ਣਹਾਰਾ ਹੈ। ਜਿਨ੍ਹਾਂ ਨੇ ਇਹ ਤੱਤਾਂ ਦੇ ਵਿੱਚੋਂ ਗੁਣਾਂ ਦਾ ਧਿਆਨ ਧਾਰਨ ਕਰਕੇ ਪਰਮੇਸ਼ਰ ਦਾ ਧਿਆਨ ਧਾਰਿਆ ਹੈ, ਹਜੂਰ ਕਹਿੰਦੇ ਉਹ ਪੂਜਣ ਯੋਗ ਹਨ। ਇਹ ਸਾਧ ਸੰਗਤ ਜੀ ਇਹ ਚੌਥਾ ਅਰਥ ਹੋਇਆ। ਫਿਰ ਹੁਣ ਪੰਜਵੇਂ ਅਰਥ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯੋਗ ਦੇ ਪ੍ਰਥਾਈ ਸਾਧ ਸੰਗਤ ਜੀ ਕਥਨ ਕੀਤਾ ਹੈ, ਕਿਉਂਕਿ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਜਿਤਨੀ ਵੀ ਪਾਵਨ ਗੁਰਬਾਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਇੱਕ ਇੱਕ ਅੱਖਰ ਦੇ ਵਿੱਚ ਹਰ ਪੱਖੋਂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਦੇ ਹੈ। ਕਿਸੇ ਵੀ ਭਾਵਨਾ ਲੈ ਕੇ, ਕਿਸੇ ਵੀ ਪ੍ਰਕਾਰ ਦੀ ਮਨ ਵਿੱਚ ਇੱਛਾ, ਕੋਈ ਭਾਵਨਾ ਲੈ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ, ਕੋਈ ਸਵਾਲ ਮਨ ਵਿੱਚ ਲੈ ਕਰਕੇ ਗੁਰੂ ਕੀ ਬਾਣੀ ਦਾ ਜਾਪ ਕਰਦਾ ਹੈ, ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਜ਼ਾਹਰ ਰੂਪ ਹੋ ਕਰਕੇ ਉਸੇ ਸਮੇਂ ਜਵਾਬ ਦਿੰਦੇ ਹੈ। ਲੋੜ ਹੈ ਵਿਚਾਰ ਕਰਨੇ ਦੀ। ਔਰ ਜੇਕਰ ਕੋਈ ਯੋਗ ਮਰ ਦੁਆਰਾ ਵੀ ਸਿੱਧਾਂ ਨੇ ਆਖਿਆ ਕਿ ਮਹਾਰਾਜ ਯੋਗ ਮਰ ਦੁਆਰਾ ਵੀ ਆਪ ਜੀ ਕਥਨ ਕਰੋ ਸਾਂ। ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਮਾਣ ਪ੍ਰਾਪਤ ਕਰਨਾ ਕੀਤਾ ਹੈ, ਹੁਣ ਸਤਿਗੁਰੂ ਜੀ ਸਿੱਧਾਂ ਦੀ ਬੇਨਤੀ ਕਰਨ ਦੇ ਯੋਗ ਦੁਆਰਾ ਕਥਨ ਕਰਦੇ ਹੈ। ਫਿਰ ਇਸੇ ਪ੍ਰਕਾਰ ਸ਼ੁਰੂ ਤੋਂ ਪੜ੍ਹ ਦੇਵੋ ਜੀ। ਪੰਚ ਪਰਵਾਨ ਪੰਚ ਪ੍ਰਧਾਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਸਿੱਧੋ ਜਿਹੜੇ ਸਾਡੇ ਸਰੀਰ ਦੇ ਅੰਦਰ ਪੰਜ ਜਿਹੜੇ ਪ੍ਰਾਣ ਚੱਲਦੇ ਪਏ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇਹਨਾਂ ਪ੍ਰਾਣਾਂ ਨੂੰ ਵਸੀਕਾਰ ਕਰ ਲੈਣਾ ਕੀਤਾ, ਯੋਗ ਮਤ ਦੁਆਰਾ ਆਪਣੇ ਅਧੀਨ ਕਰ ਲੈਣਾ ਕੀਤਾ ਹੈ, ਹਰ ਇੱਕ ਸਵਾਸ ਦੇ ਵਿੱਚ ਪਰਮੇਸ਼ਰ ਦਾ ਚਿੰਤਨ ਕਰਨਾ ਕੀਤਾ ਹੈ। ਪੰਜ ਪ੍ਰਵਾਨ, ਜਿਵੇਂ ਇਹ ਪੰਜ ਪ੍ਰਾਣ ਹੈ
ਪ੍ਰਾਣ ਸਮਾਨ ਉਦਿਆਨ ਬਿਆਨ ਤੇ ਅਪਾਨ, ਉਹ ਕਹਿੰਦੇ ਹਨ ਪ੍ਰਮਾਣਿਕ ਯੋਗੀ ਹੋ ਗਏ ਹਨ, ਮੰਨਣ ਯੋਗ ਹੋ ਗਏ ਹੈ। ਤੇ ਪੰਜ ਪ੍ਰਧਾਨ ਇਸੇ ਪ੍ਰਕਾਰ ਪੰਜ ਪ੍ਰਕਾਰ ਦੀ ਜਿਹੜੀ ਸਾਡੇ ਸਰੀਰ ਦੇ ਅੰਦਰ ਹਵਾ ਵਾਯੂ ਵਰਤਦੀ ਹੈ, ਕ੍ਰਿਕਲ ਹੈ, ਕੂਰਮ ਹੈ, ਫਿਰ ਨਾਗ ਹੈ, ਦੇਵਦੱਤ ਹੈ ਤੇ ਧਨੰਜੈ। ਇਹ ਪੰਜ ਪ੍ਰਕਾਰ ਦੀ ਸਾਡੇ ਸਰੀਰ ਦੇ ਅੰਦਰ ਵਾਯੂ ਵਰਤਦੀ ਹੈ। ਕ੍ਰਿਕਲ ਸਾਧ ਸੰਗਤ ਜੀ ਜਿਹੜੇ ਵਿੱਚ ਛਿੱਕ ਆਉਂਦੀ ਹੈ ਨਾ, ਨਿਛ ਆਉਂਦੀ, ਜਿਹਨੂੰ ਨਿਛ ਛਿੱਕ ਵੀ ਆਖਿਆ ਜਾਂਦਾ, ਇਹ ਕ੍ਰਿਕਲ ਵਾਯੂ ਦੇ ਦੁਆਰਾ ਛਿੱਕ ਆਉਂਦੀ ਹੈ। ਔਰ ਇਸੇ ਪ੍ਰਕਾਰ ਫਿਰ ਕੂਰਮ ਹੈ ਸਾਧ ਸੰਗਤ ਜੀ, ਨੇਤਰਾਂ ਦੀਆਂ ਪਲਕਾਂ ਖੋਲਣ ਦੇ ਵਾਸਤੇ ਕੂਰਮ ਵਾਯੂ ਹੁੰਦੀ ਹੈ। ਇਉਂ ਜਿੰਨੇ ਵੀ ਸਰੀਰ ਦੇ ਅੰਦਰ ਵਾਯੂ ਹਨ, ਜਿੰਨੇ ਪ੍ਰਾਣ ਹੈ, ਇੰਦਰੇ ਹੈ, ਬਿਰਦੀਆਂ ਨੇ, ਸਭ ਦਾ ਆਪੋ ਆਪਣਾ ਵੱਖੋ ਵੱਖਰਾ ਕੰਮ ਹੈ। ਪਰਮਾਤਮਾ ਨੇ ਐਸੀ ਇਹ ਸਰੀਰ ਰੂਪੀ ਨਗਰੀ ਦੇ ਅੰਦਰ ਮਰਜ਼ਾਦਾ ਬਣਾਈ ਹੋਈ ਹੈ। ਜਿਵੇਂ ਇੱਕ ਨਗਰ ਦੇ ਵਿੱਚ ਵੱਖੋ ਵੱਖਰੇ ਮਨੁੱਖ ਹੁੰਦੇ ਆ ਨਾ, ਉਹਨਾਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲੱਗੀਆਂ ਹੋਣ, ਤਿਵੇਂ ਇਹਨਾਂ ਪ੍ਰਾਣਾਂ ਦੀਆਂ ਆਪਣੀਆਂ ਡਿਊਟੀਆਂ ਨੇ, ਬਿਰਤੀਆਂ ਦੀਆਂ ਆਪਣੀਆਂ ਡਿਊਟੀਆਂ ਨੇ, ਇੰਦਰੀਆਂ ਦੀਆਂ, ਕਰਮ ਇੰਦਰੀਆਂ ਦੀਆਂ, ਗਿਆਨ ਇੰਦਰੀਆਂ ਦੀਆਂ ਆਪੋ ਆਪਣੀਆਂ ਵੱਖੋ ਵੱਖਰੀਆਂ ਡਿਊਟੀਆਂ ਪਰਮਾਤਮਾ ਨੇ ਲਗਾਈਆਂ ਹਨ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਧਨੰਜੈ ਵਾਯੂ ਹੁੰਦੀ ਹੈ ਨਾ, ਜਦੋਂ ਮਨੁੱਖ ਦਾ ਅੰਤ ਹੋ ਜਾਂਦਾ ਹੈ, ਪੰਜ ਭੌਤਿਕ ਸਰੀਰ ਤਿਆਗ ਦਿੰਦਾ ਹੈ, ਤੇ ਉਸ ਸਮੇਂ ਸਰੀਰ ਦਾ ਜਿਹੜਾ ਪੇਟ ਹੁੰਦਾ, ਪੇਟ ਫੁੱਲਿਆ ਰਵੇ, ਉਹ ਧਨੰਜੈ ਵਾਯੂ ਵਰਤਦੀ ਉਸ ਸਮੇਂ। ਇਹ ਵੱਖੋ ਵੱਖਰੇ ਪਰਮਾਤਮਾ ਨੇ ਇਹਨਾਂ ਦੀ ਸਾਧ ਸੰਗਤ ਜੀ ਐਸੀ ਖੇਡ ਬਣਾਈ ਹੋਈ ਹੈ। ਇਸੇ ਪ੍ਰਕਾਰ ਫਿਰ ਪੜ੍ਹ ਦੇਵੋ। ਪੰਚ ਪਰਵਾਣ ਪੰਚ ਪ੍ਰਧਾਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ, ਜਿਨ੍ਹਾਂ ਨੇ ਯੋਗ ਨੂੰ ਕਮਾਇਆ ਹੈ ਨਾ, ਉਹਨਾਂ ਨੇ ਪੰਜ ਪ੍ਰਾਣ ਆਪਣੇ ਅਧੀਨ ਕੀਤੇ ਹੈ। ਫਿਰ ਪੰਜ ਪ੍ਰਕਾਰ ਦੀ ਵਾਯੂ ਵੀ ਜਿਨ੍ਹਾਂ ਨੇ ਆਪਣੇ ਅਧੀਨ ਕਰ ਲੈਣਾ ਕੀਤੀ ਹੈ, ਉਹ ਪ੍ਰਧਾਨ ਕਹਿੰਦੇ ਹਨ, ਉਹ ਕਿ ਆਦਰ ਯੋਗ ਮਾਨਣ ਯੋਗ ਹੋ ਗਏ ਹਨ। ਪੰਚੇ ਪਾਵਹਿ ਦਰਗਹਿ ਮਾਨ, ਤੇ ਕਿਹੜੇ ਦਰ ਅੰਤਿਸ਼ ਕਰਨ ਦੁਆਰਾ ਦਸਮ ਦਵਾਰ ਰੂਪੀ ਦਰ ਤੇ ਕੌਣ ਮਾਣ ਪ੍ਰਾਪਤ ਕਰਦੇ ਹੈ? ਜਿਨ੍ਹਾਂ ਨੇ ਪੰਜ ਪ੍ਰਕਾਰ ਦੀ ਅਵਸਥਾ ਨੂੰ ਸਿੱਧ ਕਰ ਲੈਣਾ ਕੀਤਾ ਹੈ। ਯੋਗੀਆਂ ਦੀ ਪੰਜ ਪ੍ਰਕਾਰ ਦੀ ਅਵਸਥਾ ਮੰਨੀ ਗਈ ਹੈ ਸਾਧ ਸੰਗਤ ਜੀ, ਖੇਚਰੀ, ਭੂਚਰੀ, ਚਰਚਰੀ, ਗਨਮਨੀ ਤੇ ਉਨਮਨੀ। ਇਹ ਪੰਜ ਪ੍ਰਕਾਰ ਦੀ ਸਾਧ ਸੰਗਤ ਜੀ ਅਵਸਥਾ ਸਿੱਧਾਂ ਦੀ ਮੰਨੀ ਗਈ ਹੈ। ਜਿਨ੍ਹਾਂ ਨੇ ਯੋਗ ਮਤ ਨੂੰ ਧਾਰਨ ਕੀਤਾ ਹੈ, ਜੇ ਇਹ ਪੰਜ ਪ੍ਰਕਾਰ ਦੀ ਅਵਸਥਾ ਨੂੰ ਸਿੱਧ ਕਰ ਲੈਣ ਤੇ ਉਹਨਾਂ ਦਾ ਕਮਾਇਆ ਹੋਇਆ ਯੋਗ ਜਿਹੜਾ ਕਹਿੰਦੇ ਸਫਲਾ ਹੋ ਜਾਂਦਾ ਹੈ। ਉਹ ਯੋਗ ਦੇ ਦੁਆਰਾ ਹੀ ਸਾਧ ਸੰਗਤ ਜੀ ਦਸਮ ਦਵਾਰ ਦੇ ਵਿੱਚ ਸਵਾਸ ਟਿਕਾ ਕਰਕੇ ਫਿਰ ਕਹਿੰਦੇ ਹਨ ਕਿ ਉੱਥੋਂ ਫਿਰ ਰਸ ਦੀ ਪ੍ਰਾਪਤੀ ਕਰਦੇ ਹੈ। ਜਿਵੇਂ ਖੇਚਰੀ ਕਿਹਾ ਜਾਂਦਾ, ਤਾਲੂ ਦੇ ਨਾਲ ਜ਼ੁਬਾਨ ਲਾ ਕੇ ਤੇ ਯੋਗ ਦਾ ਰਸ ਪ੍ਰਾਪਤ ਕਰਦੇ ਹੈ। ਫਿਰ ਭੂਚਰੀ ਪਰਵੱਟਿਆਂ ਦੇ ਵਿੱਚ ਧਿਆਨ ਨੂੰ ਟਿਕਾਉਂਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰਿਥਵੀ ਵਿੱਚ ਫਿਰ ਸਭ ਥਾਵਾਂ ਤੇ ਚੱਲਣ ਦੀ ਉਹਨਾਂ ਕੋਲ ਇਹ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਪਹਿਲੀ ਖੇਚਰੀ ਅਵਸਥਾ ਦੁਆਰਾ ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਫਿਰ ਇਸੇ ਪ੍ਰਕਾਰ ਜਿਹੜੀ ਚਰਚਰੀ ਹੈ, ਇਹ ਤ੍ਰਿਕਟੀ ਦੇ ਵਿੱਚ ਧਿਆਨ ਨੂੰ ਜੋੜਨਾ, ਔਰ ਇਸ ਪ੍ਰਕਾਰ ਇਹ ਵੱਖੋ ਵੱਖਰੀਆਂ ਇਹਨਾਂ ਦੀਆਂ ਸ਼ਕਤੀਆਂ ਤੇ ਅਵਸਥਾਵਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਹੈ ਸਿੱਧੋ, ਜਿਨ੍ਹਾਂ ਨੇ ਯੋਗ ਨੂੰ ਕਮਾਇਆ ਹੈ ਨਾ, ਇਹ ਪੰਚੇ ਸੋਹੇ ਦਰ ਰਾਜਾਨ। ਦਰ ਕਹਿੰਦੇ ਨੇ ਅੰਤਿਸ਼ ਕਰਨ ਨੂੰ, ਔਰ ਇਸੇ ਪ੍ਰਕਾਰ ਦਰ ਨਾਮ ਸਾਧ ਸੰਗਤ ਜੀ ਦਸਮ ਦਵਾਰ ਦਾ ਵੀ ਹੈ। ਉਹਨਾਂ ਨੇ ਦਸਮ ਦਵਾਰ ਰੂਪੀ ਦਰ ਦੇ ਵਿੱਚ ਸ਼ੋਭਾ ਮਾਣ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਇਹ ਪੰਜੇ ਹੀ ਅਵਸਥਾਵਾਂ ਸਿੱਧ ਕਰ ਲਈਆਂ ਹਨ। ਜਿਨ੍ਹਾਂ ਨੇ ਪੰਜ ਅਵਸਥਾਵਾਂ, ਜਿਹੜੀ ਸਾਧ ਸੰਗਤ ਜੀ ਅਖੀਰਲੀ ਉਨਮਨੀ ਅਵਸਥਾ ਹੈ ਨਾ, ਇਹ ਅਵਸਥਾ ਜਿਨ੍ਹਾਂ ਨੇ ਸਿੱਧ ਕੀਤੀ ਹੈ, ਉਹ ਦਸਮ ਦਵਾਰ ਦੇ ਵੀ ਸਵਾਸ ਚੜਾ ਕਰਕੇ ਬ੍ਰਹਮਨੰਦਰ ਨਾੜੀ ਨੂੰ ਫਾੜ ਕਰਕੇ ਉਹ ਬ੍ਰਹਮ ਲੋਕ ਦੀ ਪ੍ਰਾਪਤੀ ਕਰ ਲੈਂਦੇ ਹੈ। ਪਰ ਸੱਚਖੰਡ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕੇਵਲ ਬ੍ਰਹਮ ਲੋਕ ਤੱਕ ਇਹਨਾਂ ਦੀ ਸਾਧ ਸੰਗਤ ਜੀ ਗਮਤਾ ਹੈ। ਜੇ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕੀਤਾ ਜਾਵੇ, ਜੇ ਪਰਮੇਸ਼ਰ ਦੀ ਬੰਦਗੀ ਕੀਤੀ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਅਸਲ ਵਿੱਚ ਜੁੜਿਆ ਹੋਇਆ ਉਹ ਆਖਿਆ ਜਾਂਦਾ ਹੈ ਜੋ ਸਮਾਨ ਬਿਰਤੀ ਦੇ ਨਾਲ ਜਗਤ ਨੂੰ ਤੱਕਦਾ ਹੈ। ਹਰ ਇੱਕ ਜੀਵ ਅੰਦਰ ਪਰਮੇਸ਼ਰ ਦਾ ਸਰੂਪ ਵਿਆਪਕ ਜਾਣਦਾ ਹੈ,
ਉਹਦਾ ਕਮਾਇਆ ਹੋਇਆ ਯੋਗ ਜਿਹੜਾ ਸਫਲਾ ਹੋ ਜਾਂਦਾ ਹੈ, ਕੀਤੇ ਹੋਏ ਸਾਧਨਾ ਵਿੱਚ ਉਸ ਨੂੰ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤਾਂ ਪਰਮੇਸ਼ਰ ਦੀ ਅਭੇਰਤਾ ਤੋਂ ਸਖਣੇ ਹੀ ਰਹਿ ਜਾਂਦੇ ਹੈ। ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ, ਪੰਚੇ ਸੋਹ ਹੈ ਦਰ ਰਾਜਾਨ। ਹਜੂਰ ਕਹਿੰਦੇ ਹਨ, ਹੈ ਸਿੱਧੋ, ਜਿਨ੍ਹਾਂ ਨੇ ਦਸਮ ਦਵਾਰ ਦੇ ਵੀ ਸਵਾਸ ਚੜਾ ਕਰਕੇ ਯੋਗ ਦੇ ਰਸ ਨੂੰ ਪ੍ਰਾਪਤ ਕਰਨਾ ਕੀਤਾ ਹੈ, ਪੰਜਾਂ ਅਵਸਥਾਵਾਂ ਨੂੰ ਸਿੱਧ ਕਰ ਲਿਆ ਹੈ, ਉਹ ਜਾਣਨਾ ਕਰੋ ਕਿ ਪੰਚੇ ਸੋਹ ਹੈ ਦਰ ਰਾਜਾਨ। ਦਰ ਸੰਸਾਰ ਰੂਪੀ ਦਰ ਦੇ ਵਿੱਚ ਰਾਜੇ ਹੋ ਕਰਕੇ ਉਹਨਾਂ ਨੇ ਸ਼ੋਭਣਾ ਕੀਤਾ ਹੈ, ਕਿਉਂਕਿ ਸਿੱਧ ਵੀ ਰਾਜਿਆਂ ਦੀ ਤਰ੍ਹਾਂ ਹੀ ਸਾਧ ਸੰਗਤ ਜੀ ਆਪਣਾ ਹੁਕਮ ਚਲਾਉਂਦੇ ਸਨ। ਇਹ ਤਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਹੈ। ਪਰਮੇਸ਼ਰ ਦਾ ਨਾਮ ਸਿਮਰਨ ਜਪਣ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਗਾਇਆ ਹੈ। ਨਹੀਂ ਤਾਂ ਇਹਨਾਂ ਕਰਾਮਾਤਾਂ ਨੂੰ ਸਿੱਧ ਕਰਕੇ, ਇਹਨਾਂ ਪੰਜਾਂ ਅਵਸਥਾਵਾਂ ਨੂੰ ਸਿੱਧ ਕਰ ਕਰਕੇ ਤੇ ਕਦੇ ਆਕਾਸ਼ ਵਿੱਚ ਉਡਾਰੀਆਂ ਮਾਰਦੇ, ਕਦੇ ਥੋੜੀਆਂ ਥੋੜੀਆਂ ਜਿੰਨੀਆਂ ਸ਼ਕਤੀਆਂ ਦਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਦਰ ਰਾਜਾਨ, ਸੰਸਾਰ ਰੂਪੀ ਦਰ ਦੇ ਉੱਪਰ ਇਹਨਾਂ ਨੇ ਰਾਜੇ ਰੂਪ ਹੋ ਕੇ ਵਰਤਣਾ ਕੀਤਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਸਿੱਧਾਂ ਨੇ, ਜਿਨ੍ਹਾਂ ਯੋਗੀਆਂ ਨੇ ਯੋਗ ਕਮਾ ਕੇ ਪੰਜਾਂ ਅਵਸਥਾਵਾਂ ਨੂੰ ਸਿੱਧ ਕਰ ਲਿਆ ਹੈ। ਪੰਚਾ ਕਾ ਗੁਰ ਏਕ ਧਿਆਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਹੇ ਸਿੱਧੋ, ਇਹ ਜਿਹੜੇ ਪੰਜਾਂ ਅਵਸਥਾਵਾਂ ਨੂੰ ਸਿੱਧ ਕਰਨ ਵਾਲੇ ਯੋਗੀ ਹੈ, ਜਿਨ੍ਹਾਂ ਨੇ ਪੰਜ ਅਵਸਥਾਵਾਂ ਜੀਵਨ ਦੇ ਵਿੱਚ ਕਮਾਈਆਂ ਹਨ, ਉਹ ਪੂਜਨੀਕ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਾਰਦੇ ਹੈ। ਪਰਮਾਤਮਾ ਦੀ ਚੇਤਨ ਸੱਤਾ ਜੋ ਉਹਨਾਂ ਦੇ ਅੰਦਰ ਹੋਈ, ਇਸ ਕਰਕੇ ਪਰਮੇਸ਼ਰ ਦੀ ਸ਼ਕਤੀ ਦੁਆਰਾ ਹੀ ਸਾਰਾ ਯੋਗ ਕਮਾਇਆ ਜਾਂਦਾ ਹੈ। ਪਰਮਾਤਮਾ ਨੇ ਜੇਕਰ ਸ਼ਕਤੀ ਬਖਸ਼ੀ ਹੈ ਤਾਂ ਇਹ ਸਾਧ ਸੰਗਤ ਜੀ ਪੰਜਵਾਂ ਅਰਥ ਹੋਇਆ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯੋਗ ਦੇ ਪ੍ਰਥਾਏ ਵੀ ਉਚਾਰਨ ਕਰ ਦਿੱਤਾ, ਫਿਰ ਸਿੱਧ ਮਿਲ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਕਿਰਪਾ ਕਰੋ। ਮਹਾਰਾਜ ਸ਼ਰਵਣ ਮੰਨਨ ਨਿਧਿਆਸਨ ਆਪਨੇ ਕਥਨ ਕਰ ਦਿੱਤਾ ਹੈ, ਨਿਧਿਆਸਨ ਦਾ ਸਰੂਪ ਕਥਨ ਕਰ ਦਿੱਤਾ ਹੈ। ਸਰੀਰ ਦੇ ਪ੍ਰਾਣਾ ਇੰਦਰੀਆਂ ਦੇ ਬਾਬਤ, ਯੋਗ ਦੇ ਬਾਬਤ ਵੀ ਆਪ ਜੀ ਨੇ ਕਥਨ ਕੀਤਾ ਹੈ। ਕਿਰਪਾ ਕਰੋ ਮਹਾਰਾਜ, ਹੁਣ ਕੋਈ ਭਵਿੱਖਤ ਬਚਨ ਕਥਨ ਕਰਕੇ ਦੱਸੋ ਖਾਂ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਲਯੁਗ ਦੇ ਅੰਦਰ ਪਰਮੇਸ਼ਰ ਦਾ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਮਹਾਰਾਜ ਆਪ ਜੀ ਨੇ ਸਰਗੁਣ ਸਰੂਪ ਵਿੱਚ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇ ਹੈ। ਤੇ ਕਿਰਪਾ ਕਰਕੇ ਇਹ ਦੱਸੋ ਖਾਂ, ਹੇ ਮਹਾਰਾਜ, ਭਵਿੱਖਤ ਆਉਣ ਵਾਲੇ ਸਮੇਂ ਵਿੱਚ ਆਪ ਜੀ ਕੀ ਕੌਤਕ ਕਰਨ ਵਾਲੇ ਹੋ। ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਵਾਬ ਦੇ ਰਹੇ ਹਨ। ਜੇ ਕੋ ਕਹੈ ਸ਼ੁਰੂ ਤੋਂ ਪੰਚ ਪਰਵਾਨ ਪੰਚ ਪ੍ਰਧਾਨ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ, ਪੰਜ ਪਰਵਾਨ ਐਸੇ ਮੰਨਣ ਜੋ ਕਹਿੰਦੇ ਸੀ ਪੰਜਾਂ ਪਿਆਰਿਆਂ ਦੇ ਦੁਆਰਾ ਖਾਲਸੇ ਦੀ ਸਿਰਜਣਾ ਕਰਾਂਗੇ। ਇਹ ਪਹਿਲੇ ਸਰੂਪ ਦੇ ਅੰਦਰ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਿੱਖਤ ਬਚਨ ਕੀਤੇ ਹੈ। ਸਿੱਧਾਂ ਦੇ ਬੇਨਤੀ ਕਰਨ ਤੇ ਕਹਿੰਦੇ, ਐਸੇ ਪੰਜਾਂ ਪਿਆਰਿਆਂ ਦੇ ਦੁਆਰਾ, ਪੰਜਾਂ ਪਿਆਰਿਆਂ ਦੁਆਰਾ ਖਾਲਸੇ ਦੀ ਸਿਰਜਣਾ ਕਰਾਂਗੇ। ਐਸਾ ਨਿਰਾਲਾ ਪੰਥ ਜਗਤ ਅੰਦਰ ਪ੍ਰਗਟ ਕਰਾਂਗੇ, ਜਿਹਦਾ ਸਾਨੀ ਕੋਈ ਜਗਤ ਅੰਦਰ ਹੋਰ ਪੰਥ ਨਹੀਂ ਹੋ ਸਕੇਗਾ। ਸਾਧ ਸੰਗਤ ਜੀ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹੈ, ਬਚਨ ਕੀਤੇ ਹਨ ਭਾਈ ਗੁਰਦਾਸ ਸਾਹਿਬ ਜੀ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪਹਿਲੇ ਸਰੂਪ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਰਾਲਾ ਸਿੱਖ ਪੰਥ ਜਗਤ ਅੰਦਰ ਉਜਾਗਰ ਕੀਤਾ। ਫਿਰ ਸਿੱਧਾਂ ਦੇ ਬੇਨਤੀ ਕਰਨ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਗਤ ਅੰਦਰ ਇਹ ਸਾਨੂੰ ਪ੍ਰਸਿੱਧ ਕਰਕੇ ਕਥਨ ਕੀਤਾ ਹੈ। ਅਸੀਂ ਆਪ ਜੀ ਨੂੰ ਕਿਹਾ ਸੀ ਕਿ ਮਹਾਰਾਜ ਯੋਗ ਮਤ ਧਾਰਨ ਕਰ ਲਓ, ਸਾਡੇ ਪੰਥ ਵਿੱਚ ਮਿਲ ਜਾਵੋ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਹੋ ਜਾਵੇਗੀ। ਦਸਮ ਦਵਾਰ ਦੇ ਵੀ ਸਵਾਸ ਟਿਕਾ ਕੇ ਆਪਣੀ ਉਮਰ ਵੀ ਮਹਾਰਾਜ ਵਡੇਰੀ ਕਿੰਨਾ ਲੰਮਾ ਸੰਸਾਰ ਦੇ ਅੰਦਰ ਰਹਿ ਸਕਦੇ ਹੋ, ਪਰ ਇਹ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਿਥਿਆ ਜਣਾ ਦਿੱਤਾ। ਤੇ ਸਤਿਗੁਰੂ ਜੀ ਜਿਵੇਂ ਹੋਰ ਆਪ ਜੀ ਨੇ ਭਵਿੱਖਤ ਬਚਨ ਕਰਨੇ ਹੈ, ਕਿਹੜਾ ਕਿਹੜਾ ਮਹਾਰਾਜ ਆਪ ਜੀ ਨੇ ਸਰੂਪ ਧਾਰਨ ਕਰਨਾ ਹੈ। ਹਜੂਰ ਕਹਿੰਦੇ ਹੈ, ਸਿੱਧੋ,
10 ਜਾਮੇ ਅਸਾਂ ਨੇ ਧਾਰਨ ਕਰਨੇ ਹੈ, 10 ਪਵਿੱਤਰ ਸਰੂਪ ਅਸਾਂ ਨੇ ਪ੍ਰਗਟ ਕਰਨੇ ਹੈ। 10 ਸਰੂਪਾਂ ਦੇ ਰਾਹੀਂ ਜਗਤ ਜਲੰਦੇ ਦਾ ਜਿਹੜੇ ਪਾਪ ਕਰਮ ਹੈ ਉਹਨਾਂ ਨੂੰ ਹਰਨਾ ਹੈ, ਪਾਪ ਕਰਮਾਂ ਨੂੰ ਨਾਸ਼ ਕਰਨਾ ਹੈ, ਲੋਕਾਈ ਨੂੰ ਸਿੱਧੇ ਰਸਤੇ ਤੇ ਪਾਵਣਾ, ਪਰਮਾਰਥ ਦੇ ਰਸਤੇ ਤੇ ਚਲਾਵਾਂਗੇ। ਇਹ ਭਵਿੱਖਤ ਵਾਗ ਸਤਿਗੁਰੂ ਜੀ ਨੇ ਕੀਤੇ ਹੈ। ਤੇ ਕਹਿਣ ਲੱਗੇ ਮਹਾਰਾਜ ਸਰੀਰ ਤਾਂ ਫਿਰ ਨਾਸ਼ਵੰਤ ਹੈ, ਆਪ ਜੀ ਤੋਂ ਅਗਲਾ ਜਿਹੜਾ ਸਰੂਪ ਹੋਵੇਗਾ ਸਰੀਰ ਉਹ ਵੀ ਨਾਸ਼ ਹੋ ਜਾਣਾ ਹੈ, ਫਿਰ ਤੀਸਰਾ ਸਰੂਪ ਹੋਵੇਗਾ ਉਹ ਵੀ ਨਾਸ਼ ਹੋ ਜਾਵੇਗਾ, ਫਿਰ ਚੌਥਾ, ਇਵੇਂ 10 ਸਰੂਪ ਹੀ ਆਪ ਜੀ ਨੇ ਧਾਰਨ ਕਰਨੇ ਤੇ ਬਾਅਦ ਵਿੱਚ ਤਾਂ ਫਿਰ ਸਭ ਕੁਝ ਖਤਮ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਹੈ ਸਿੱਧੋ ਨਹੀਂ, ਇੱਥੇ ਖਤਮ ਨਹੀਂ ਹੋਣ ਵਾਲਾ। ਜਿਹੜਾ 10ਵਾਂ ਸਰੂਪ ਅਸਾਂ ਨੇ ਧਾਰਨ ਕਰਨਾ ਹੈ ਨਾ, ਵੀਰ ਰਸੀ ਸਰੂਪ ਅਸਾਂ ਨੇ ਜਗਤ ਅੰਦਰ ਪ੍ਰਗਟ ਕਰਨਾ ਹੈ। 10ਵੇਂ ਜਾਮੇ ਦੇ ਅੰਦਰ ਖਾਲਸੇ ਦੀ ਸਿਰਜਣਾ ਕਰਾਂਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਾਂਗੇ। ਸ਼ਬਦ ਦੇ ਅੰਦਰ ਸਾਡੀ ਜੋਤ ਵਰਤੇਗੀ। ਇਹ ਭਵਿੱਖਤ ਵਾਕ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਐ ਸਿੱਧਾਂ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਸੁਣ ਕੇ ਕਹਿਣ ਲੱਗੇ ਮਹਾਰਾਜ 10ਵਾਂ ਦਾਮਾ ਜੋ ਆਪ ਜੀ ਨੇ ਵੀਰ ਰਸੀ ਪ੍ਰਗਟ ਕਰਨਾ ਹੈ, ਉਸ ਜਾਮੇ ਵਿੱਚ ਕਿਹੋ ਜਿਹੇ ਕੌਤਕ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੈ ਸਿੱਧੋ ਖਾਲਸੇ ਦੀ ਸਿਰਜਣਾ ਕਰਾਂਗੇ ਅਸਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸੇ ਦੀ ਸਿਰਜਣਾ ਕਰਕੇ ਬੇਅੰਤ ਕੌਤਕ ਕਰਾਂਗੇ। ਫਿਰ ਖਾਲਸੇ ਨੂੰ ਵਿਵੇਕੀ ਬਣਾਵਾਂਗੇ, ਰਹਿਤ ਮਰਜ਼ਾਦਾ ਦ੍ਰਿੜ ਕਰਵਾਵਾਂਗੇ, ਪਰਪੱਕ ਖਾਲਸੇ ਨੂੰ ਮਨ ਨੂੰ ਅਡੋਲ ਬਣਾਵਾਂਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਹੇ ਸਤਿਗੁਰੂ ਜੀ ਕਿਹੜੇ ਕਿਹੜੇ ਆਪ ਜੀ ਨੇ ਕੌਤਕ ਕਰਨੇ ਹੈ, ਕਿਸ ਢੰਗ ਦੇ ਨਾਲ ਖਾਲਸੇ ਦੀ ਸਿਰਜਾ ਆਪ ਕਰੋਗੇ। ਤੇ ਹਜੂਰ ਨੇ ਸਾਧ ਸੰਗਤ ਜੀ ਇਹ ਭਵਿੱਖਤ ਵਾਕ ਕੀਤੇ। ਜਿਵੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਜਦੋਂ ਖਾਲਸੇ ਦੀ ਸਿਰਜਣਾ ਕਰਨੀ ਸੀ 1699 ਦੀ ਵਿਸਾਖੀ ਵਾਲੇ ਦਿਨ ਬਹੁ ਗਿਣਤੀ ਵੀ ਸੰਗਤਾਂ ਦਾ ਇਕੱਠ ਹੋਇਆ। ਪਰ ਇਹੋ ਦੀਵਾਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਨੰਗੀ ਸ਼ਮਸ਼ੀਰ ਆਪਣੇ ਹੱਥਾਂ ਵਿੱਚ ਲੈ ਕੇ ਗਰਜਵੀਂ ਆਵਾਜ਼ ਵਿੱਚ ਬਚਨ ਕੀਤਾ ਸੀਗਾ ਕਿ ਸਿੱਖ ਪੰਥ ਨੂੰ ਧਾਰਨ ਕਰਨ ਵਾਲੇ, ਸਿੱਖੀ ਦੇ ਮਾਰਗ ਤੇ ਚੱਲਣ ਵਾਲੇ ਇਹ ਗੁਰਸਿੱਖ ਸੰਗਤ ਜੀ, ਸਾਨੂੰ ਧਰਮ ਦੇ ਵਾਸਤੇ ਇੱਕ ਸੀਸ ਦੀ ਲੋੜ ਹੈ। ਕੋਈ ਸਿੱਖ ਉੱਠ ਕੇ ਆਵੇ ਔਰ ਸੀਸ ਦਾ ਬਲੀਦਾਨ ਦੇਵੇ। ਸਤਿਗੁਰਾਂ ਦੇ ਇਹ ਬਚਨ ਸੁਣ ਕੇ ਸਾਰੇ ਹੀ ਦੀਵਾਨ ਦੇ ਵਿੱਚ ਸੰਨਾਟਾ ਛਾ ਗਿਆ। ਸਭ ਨੇ ਨੀਵੀਆਂ ਪਾ ਲਈਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਕਮਾਉਣ ਦੇ ਲਈ ਔਰ ਮਨ ਨੂੰ ਅਡੋਲ ਨਿਸ਼ਚਾ ਰੱਖਣ ਵਾਸਤੇ ਇਹੋ ਜਿਹਾ ਤਾਂ ਉਪਦੇਸ਼ ਦਿਆ ਕਰਦੇ ਸਨ। ਪਰ ਅੱਜ ਕੀ ਕੌਤਕ ਵਰਤਾਉਣ ਲੱਗੇ ਆ ਗੁਰੂ ਕਲਗੀਧਰ ਪਿਤਾ ਜੀ। ਸਾਰੇ ਸਾਧ ਸੰਗਤ ਜੀ ਦੀਵਾਨ ਦੇ ਵਿੱਚ ਸੰਨਾਟਾ ਛਾ ਗਿਆ, ਸਭ ਨੇ ਨੀਵੀਆਂ ਪਾ ਲਈਆਂ। ਜਦੋਂ ਦੂਸਰੀ ਵਾਰ ਫੇਰ ਸਤਿਗੁਰਾਂ ਨੇ ਬਚਨ ਕੀਤਾ ਕੋਈ ਵੀ ਨਾ ਉੱਠਿਆ। ਤੇ ਤੀਸਰੀ ਵਾਰ ਜਦੋਂ ਗਰਜਵੀਂ ਆਵਾਜ਼ ਵਿੱਚ ਬਚਨ ਕੀਤਾ ਕਿ ਸਾਨੂੰ ਇੱਕ ਸੀਸ ਦੀ ਲੋੜ ਹੈ, ਕੋਈ ਗੁਰਸਿੱਖ ਆ ਕਰਕੇ ਸਾਨੂੰ ਸੀਸ ਦਾ ਬਲੀਦਾਨ ਦੇਣਾ ਕਰੇ। ਫਿਰ ਸਾਧ ਸੰਗਤ ਜੀ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠ ਕਰਕੇ ਆਏ ਸਨ। ਗਰੀਬ ਨਵਾਜ ਸਤਿਗੁਰਾਂ ਨੇ ਪਕੜੀ ਹੋਈ ਹੱਥ ਵਿੱਚ ਕਿਰਪਾਨ ਦੇ ਨਾਲ ਧੜ ਦੇ ਨਾਲ ਉਹ ਸੀਸ ਜੁਦਾ ਕਰ ਦਿੱਤਾ। ਫਿਰ ਇੱਕ ਇੱਕ ਕਰਕੇ ਫਿਰ ਭਾਈ ਧਰਮ ਚੰਦ ਜੀ ਆਏ, ਫਿਰ ਇਸੇ ਪ੍ਰਕਾਰ ਹਿੰਮਤ ਚੰਦ ਜੀ, ਮੋਹਕਮ ਦਾਸ ਜੀ, ਫਿਰ ਭਾਈ ਸਾਹਿਬ ਚੰਦ ਜੀ ਜੋ ਇੱਥੋਂ ਬਿਦਰ ਦੇ ਰਹਿਣ ਵਾਲੇ ਸਨ। ਇਉਂ ਪੰਜਾਂ ਪਿਆਰਿਆਂ ਨੇ ਇੱਕ ਇੱਕ ਕਰਕੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਤੇ ਹਜੂਰ ਨੇ ਆਤਮਿਕ ਬਲ ਦੁਆਰਾ ਤੇ ਇਹਨਾਂ ਨੂੰ ਸਰਜੀਵਿਤ ਕੀਤਾ ਔਰ ਫਿਰ ਇਕੱਲੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਤਿਆਰ ਕੀਤਾ। ਜਿਵੇਂ ਅੱਜ ਕਈ ਸ਼ੰਕਾਵਾਦੀ ਸ਼ੰਕਾ ਕਰਦੇ ਆ ਕਿ ਇਕੱਲਾ ਹੀ ਅੰਮ੍ਰਿਤ ਛਕਾ ਸਕਦਾ, ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, 5 ਬਾਣੀਆਂ ਵੀ ਪੜ੍ਹਨ ਦੀ ਲੋੜ ਨਹੀਂ ਹੈ। ਕਈ ਕਹਿੰਦੇ ਜੀ ਪਹਿਲੇ 14 ਅੰਗ ਪੜ੍ਹ ਕੇ ਗੁਰਬਾਣੀ ਦਾ ਪਾਠ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਲੈਣਾ ਚਾਹੀਦਾ। ਪਰ ਬੜੀ ਵੱਡੀ ਸਾਡੀ ਇਹ ਸਾਧ ਸੰਗਤ ਜੀ ਭੁੱਲ ਹੈ। ਜੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਪੰਜਾਂ ਪਿਆਰਿਆਂ ਨੂੰ ਲਾਗ ਕਰਕੇ 5 ਗੁਰਬਾਣੀਆਂ ਦਾ ਜਾਪ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹੈ, ਤੇ ਅੱਜ ਦਾ ਸਿੱਖ ਕਹੇ ਕਿ ਨਹੀਂ 5 ਬਾਣੀਆਂ ਪੜ੍ਹਨ ਦੀ ਲੋੜ ਨਹੀਂ ਹੈ, ਸਾਨੂੰ ਤਾਂ ਪਹਿਲੇ 14 ਅੰਗ ਪੜ੍ਹ ਕੇ ਹੀ ਬਾਟਾ ਤਿਆਰ ਕਰ ਲੈਣਾ ਚਾਹੀਦਾ। ਕਿੱਡੀ ਵੱਡੀ ਸਾਡੀ ਭੁੱਲ ਹੈ।
ਕਦੇ ਸਾਧ ਸੰਗਤ ਜੀ ਅਜਿਹਾ ਨਹੀਂ ਸਾਨੂੰ ਕਰਨਾ ਚਾਹੀਦਾ। ਸਤਿਗੁਰਾਂ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ ਹੈ। ਰਹੋ ਵਿਚਾਰ, ਜਦੋਂ ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਹਜੂਰ ਨੇ ਫਿਰ ਨਾਮ ਦਿੱਤਾ ਸਿੰਘ। ਹਰ ਇੱਕ ਸਿੱਖ ਦੇ ਨਾਮ ਦੇ ਪਿੱਛੇ ਸਿੰਘ ਲਾਇਆ ਤੇ ਖਾਲਸੇ ਦੀ ਸਿਰਜਣਾ ਕੀਤੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੂੰ ਸਿੱਧ ਪੁੱਛਦੇ ਆ, ਨਾਲ ਦੇ ਨਾਲ ਸਵਾਲ ਕਰੀ ਜਾਂਦੇ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ। ਇਹ ਮਹਾਰਾਜ ਜਿਹੜਾ ਸਿੰਘ ਪਦ ਲਾਏ ਦੀ ਕੋਈ ਵਿਸ਼ੇਸ਼ ਕਰਕੇ ਗੁਣ ਵੀ ਹੈ? ਤੇ ਹਜੂਰ ਕਹਿਣ ਲੱਗੇ, ਇਹ ਸਿੱਧੋ ਗੁਣ ਵੀ ਹੋਵਣਗੇ। ਜਿਵੇਂ ਪਹਿਲਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ, ਇਹਦੇ ਵਿੱਚੋਂ ਖਾਲਸੇ ਵਿੱਚ ਦਇਆ ਪੈਦਾ ਹੋਵੇਗੀ, ਦਇਆਵਾਨ ਹੋਵੇਗਾ ਖਾਲਸਾ। ਔਰ ਜਿੱਥੇ ਦਇਆ ਹੈ ਉੱਥੇ ਧਰਮ ਦੀ ਕਮਾਈ ਕੀਤੀ ਜਾ ਸਕਦੀ ਹੈ, ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਇਹ ਵਚਨ ਅੱਗੇ ਆਵਣੇ ਹੈ। ਧਰਮ ਦੇ ਜਿਹੜਾ ਜਨਮ ਹੁੰਦਾ ਹੈ ਦਇਆ ਦੀ ਕੁੱਖ ਦੇ ਵਿੱਚੋਂ ਹੀ ਜਨਮ ਹੋਇਆ ਕਰਦਾ ਹੈ। ਜਿਹੜਾ ਮਨੁੱਖ ਨਿਰਦਈ ਹੈ ਨਾ, ਉਹ ਕਦੇ ਧਰਮੀ ਨਹੀਂ ਬਣ ਸਕਦਾ। ਦਇਆਵਾਨ ਮਨੁੱਖ ਹੀ ਧਰਮੀ ਹੋ ਸਕਦਾ ਹੈ, ਧਰਮ ਦੀ ਕਮਾਈ ਕਰ ਸਕਦਾ ਹੈ, ਧਰਮ ਦੇ ਮਾਰਗ ਤੇ ਚੱਲ ਸਕਦਾ ਹੈ, ਨਾ ਕਿ ਨਿਰਦਈ ਮਨੁੱਖ। ਇਸ ਲਈ ਪਾਤਸ਼ਾਹ ਕਹਿੰਦੇ ਹਨ, ਹੇ ਸਿੱਧੋ, ਜਿਹੜਾ ਨੇ ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇਣਾ, ਉਹਦੇ ਵਿੱਚੋਂ ਖਾਲਸੇ ਵਿੱਚ ਦਇਆ ਆਵੇਗੀ। ਫਿਰ ਪਿਆਰੇ ਭਾਈ ਧਰਮ ਸਿੰਘ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇਣਾ ਕੀਤਾ, ਫਿਰ ਜਿਹੜੇ ਕਹਿੰਦੇ ਧਰਮ ਦੀ ਪਰਪੱਕਤਾ ਆਵੇਗੀ, ਧਰਮੀ ਹੋਣ ਦਾ ਖਾਲਸੇ ਵਿੱਚ ਬੜਾ ਵੱਡਾ ਗੁਣ ਆਵੇਗਾ। ਫਿਰ ਤੀਸਰਾ ਪਿਆਰੇ ਭਾਈ ਹਿੰਮਤ ਸਿੰਘ ਜੀ ਦੇ ਸੀਸ ਦੇਣੇ ਤੋਂ ਹਜੂਰ ਕਹਿੰਦੇ ਖਾਲਸੇ ਵਿੱਚ ਹਿੰਮਤ ਆਵੇਗੀ। ਦਇਆ, ਧਰਮ ਤੇ ਫਿਰ ਹਿੰਮਤ। ਜਿੱਥੇ ਹਿੰਮਤ ਆ ਜਾਵੇ, ਉਦਮ ਆ ਜਾਵੇ, ਉੱਥੇ ਫਿਰ ਸਾਧ ਸੰਗਤ ਜੀ ਦੁਸ਼ਮਣ ਕਿਸੇ ਪ੍ਰਕਾਰ ਵੀ ਕਦੇ ਖਾਲਸੇ ਨੂੰ ਜਿੱਤ ਨਹੀਂ ਸਕੇਗਾ। ਇਹ ਹਜੂਰ ਨੇ ਭਵਿੱਖਤ ਵਾਕ ਕੀਤੇ ਹੈ। ਕਹਿੰਦੇ ਜਦੋਂ ਹਿੰਮਤ ਆ ਜਾਵੇ ਨਾ, ਤੇ ਫਿਰ ਜੰਗ ਕਰਨ ਦੇ ਯੋਗ ਹੋ ਜਾਂਦਾ ਹੈ। ਦਇਆ, ਧਰਮ, ਹਿੰਮਤ, ਜਿਵੇਂ ਹਜੂਰ ਨੇ ਬਚਨ ਕੀਤੇ ਹੈ, ਖਾਲਸਾ ਸੋ ਜੋ ਕਰੇ ਨਿਤ ਜੰਗ। ਉਹ ਖਾਲਸਾ ਹੈ ਜੋ ਨਿਤ ਹੀ ਜੰਗ ਕਰਦਾ ਹੈ। ਜਿੱਥੇ ਪ੍ਰਤੱਖ ਦੁਸ਼ਮਣਾਂ ਦੇ ਨਾਲ, ਜ਼ਾਬਰਾਂ ਦਾ, ਜ਼ੁਲਮਾਂ ਦਾ ਨਾਸ਼ ਕਰਨ ਦੇ ਵਾਸਤੇ ਪ੍ਰਤੱਖ ਸ਼ਮਸ਼ੀਰ ਲੈ ਕਰਕੇ ਹੱਥ ਵਿੱਚ ਦੋ ਧਾਰੀ ਖੰਡਾ ਪਕੜ ਕਰਕੇ ਦੁਸ਼ਮਣਾਂ ਦਾ ਸੰਘਾਰ ਕਰਦਾ ਹੈ, ਤਿਵੇਂ ਆਪਣੇ ਅੰਦਰ ਜਿਹੜੀ ਲੱਗੀ ਹੋਈ ਵਿਕਾਰਾਂ ਦੀ ਜੰਗ ਹੈ, ਗਿਆਨ ਰੂਪੀ ਖੰਡਾ ਲੈ ਕਰਕੇ ਜਿਹੜਾ ਖਾਲਸਾ ਉਹਨਾਂ ਦੇ ਨਾਲ, ਵਿਕਾਰਾਂ ਰੂਪੀ ਦੁਸ਼ਮਣਾਂ ਦੇ ਨਾਲ ਨਿਤ ਜੰਗ ਕਰਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਜਿੱਥੇ ਫਿਰ ਹਿੰਮਤ ਆ ਜਾਵੇ ਨਾ, ਉੱਥੇ ਦੁਸ਼ਮਣ ਜਿੱਤ ਨਹੀਂ ਸਕਦਾ। ਤੇ ਪਿਆਰੇ ਭਾਈ ਮੋਹਕਮ ਸਿੰਘ ਜੀ ਦੇ ਸੀਸ ਦਾ ਬਲੀਦਾਨ ਦੇਣੇ ਤੋਂ ਖਾਲਸੇ ਦੇ ਵਿੱਚ ਮੋਹ, ਕੰਮ, ਮੋਹ ਜਿਹੜਾ ਕੰਮ ਹੋ ਜਾਣਾ ਕੀਤਾ, ਸੰਸਾਰ ਦਾ, ਪਦਾਰਥ ਦਾ, ਧਨ ਦਾ, ਸਰੀਰਾਂ ਦਾ, ਕਿਸੇ ਪ੍ਰਕਾਰ ਦਾ ਮੋਹ ਨਹੀਂ ਰਹਿਣਾ ਕੀਤਾ। ਇਹ ਬੜਾ ਵੱਡਾ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਫਿਰ ਕਹਿੰਦੇ ਹਨ, ਜਿੱਥੇ ਦਇਆ ਹੋਵੇ, ਧਰਮ ਹੋਵੇ, ਹਿੰਮਤ ਹੋਵੇ, ਮਨ ਦੀ ਸਥਿਤੀ ਪ੍ਰਾਪਤੀ ਹੋ ਜਾਵੇ, ਉੱਥੇ ਫਿਰ ਸਾਹਿਬ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਇਕੱਲੇ ਪੰਜਾਂ ਪਿਆਰਿਆਂ ਦੇ ਨਾਮ ਨਹੀਂ, ਬੜੇ ਵੱਡੇ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵਿੱਚ ਰੱਖੇ ਹੈ। ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਸੀਸ ਦਾ ਬਲੀਦਾਨ ਦੇਣੇ ਤੋਂ ਹਜੂਰ ਕਹਿੰਦੇ ਹਨ, ਖਾਲਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ, ਵਾਹਿਗੁਰੂ ਦੀ ਅਭੇਰਤਾ ਨੂੰ ਖਾਲਸਾ ਪ੍ਰਾਪਤ ਹੋਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਿੱਖਤ ਵਾਕ ਕੀਤੇ ਹੈ। ਕਿਉਂਕਿ ਸਾਧ ਸੰਗਤ ਜੀ, ਜਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਜਿਹੜਾ ਕੋਈ ਚੋਰ ਹੈ, ਕੋਈ ਡਾਕੂ ਹੈ, ਚਾਹੇ ਕੋਈ ਨਸ਼ੇੜੀ ਬੰਦਾ ਹੈ, ਉਹ ਇਸ ਮਾਰਗ ਤੇ ਚੱਲ ਕਰਕੇ ਨਹੀਂ ਪਰਮੇਸ਼ਰ ਨੂੰ ਪਾ ਸਕਦਾ। ਹਜੂਰ ਕਹਿੰਦੇ, ਜਿਸ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣਨਾ ਕੀਤਾ ਹੈ, ਸਤਿਗੁਰਾਂ ਦੀ ਦਰਸਾਈ ਹੋਈ ਮਰਜ਼ਾਦਾ ਵਿੱਚ ਰਹਿਣ ਦਾ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਦਿੱਤਾ ਹੈ, ਜਿਨ੍ਹਾਂ ਗੁਰਸਿੱਖਾਂ ਨੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਕਮਾਇਆ ਹੈ, ਉਹਨਾਂ ਨੇ ਸਾਹਿਬ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ। ਹੁਣ ਗਰੀਬਨ ਆਵਾਜ਼ ਸਤਿਗੁਰੂ ਜੀ ਫਰਮਾਉਂਦੇ ਆ, ਫਿਰ ਸ਼ੁਰੂ ਤੋਂ ਪੜ੍ਹ ਦੇਵੋ ਜੀ। ਪੰਚ ਪਰਵਾਣ ਪੰਚ ਪ੍ਰਧਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਹੋ ਜਿਹਾ ਖਾਲਸਾ ਪ੍ਰਗਟ ਕਰੋਗੇ, ਸਿੱਧ ਬੇਨਤੀ ਕਰਦੇ ਹੈ। ਹਜੂਰ ਕਹਿੰਦੇ ਹਨ, ਪਰਵਾਣ,
ਪੰਜ ਜਿਹੜੇ ਪੰਜ ਪਿਆਰੇ ਸਾਜਾਂਗੇ ਦਸਵੇਂ ਜਾਮੇ ਦੇ ਵਿੱਚ, ਉਹ ਮੰਨਣ ਯੋਗ ਹੋਣਗੇ, ਪ੍ਰਵਾਨਿਕ ਹੋਣਗੇ। ਸਭ ਥਾਵਾਂ ਤੇ ਉਹਨਾਂ ਦਾ ਹੁਕਮ ਚੱਲੇਗਾ। ਸਾਧ ਸੰਗਤ ਜੀ, ਜਦੋਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਪੰਜਾਂ ਪਿਆਰਿਆਂ ਦਾ ਸੀਸ ਦਾ ਬਲੀਦਾਨ ਲੈ ਕਰਕੇ, ਫਿਰ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਹ ਖਾਲਸਾ ਜੀ, ਜਿਵੇਂ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੈ, ਤਿਵੇਂ ਸਾਨੂੰ ਵੀ ਪੰਜ ਜੋੜੇ ਇਹ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕਰਕੇ ਸਾਨੂੰ ਵੀ ਗੁਰੂ ਚਰਨਾਂ ਦੇ ਨਾਲ ਜੋੜਨਾ ਕਰੋ। ਗਰੀਬ ਨਵਾਜ ਸਤਿਗੁਰਾਂ ਦੇ ਇਹ ਬਚਨ ਸੁਣ ਕਰਕੇ ਪੰਜ ਪਿਆਰੇ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਕਲਯੁਗੀ ਜੀਵ ਹਾਂ, ਆਪ ਜੀ ਪਰਮੇਸ਼ਰ ਸਰੂਪ ਹੋ, ਅਸੀਂ ਤਾਂ ਮਹਾਰਾਜ ਜੂਨਾਂ ਵਿੱਚ ਭਟਕਦੇ ਹੋਏ ਆਏ ਹਾਂ। ਹੇ ਮਹਾਰਾਜ, ਤੁਸੀਂ ਪਰਮੇਸ਼ਰ ਸਰੂਪ ਹੋ, ਸਰਬੱਗ ਹੋ, ਹਰ ਪ੍ਰਕਾਰ ਆਪ ਜੀ ਦੀ ਸਮਰੱਥਾ ਹੈ। ਮਹਾਰਾਜ, ਨਾ ਤਾਂ ਅਜੇ ਤੱਕ ਆਸਾਂ ਨੇ ਕਦੇ ਕੰਨੀ ਸੁਣਿਆ, ਨਾ ਕਦੇ ਮਹਾਰਾਜ ਪੜ੍ਹਿਆ ਕਿਸੇ ਵੇਦਾਂ ਗ੍ਰੰਥਾਂ ਦੇ ਵਿੱਚੋਂ ਕਿ ਜਿਹੜਾ ਗੁਰੂ ਹੈ ਉਹ ਆਪਣੇ ਚੇਲਿਆਂ ਦੇ ਵਿੱਚੋਂ ਦੀਕਸ਼ਾ ਦਾਨ ਮੰਗਣਾ ਕਰਦਾ ਹੈ। ਜੋ ਚੇਲੇ ਆਪਣੇ ਗੁਰੂ ਨੂੰ ਦੀਖਿਆ ਦਾਨ ਦੇਣ, ਇਹ ਮਹਾਰਾਜ ਅਸੀਂ ਨਾ ਕਦੇ ਪੜ੍ਹਿਆ ਤੇ ਨਾ ਕਦੇ ਸੁਣਿਆ ਹੈ। ਹੇ ਸਤਿਗੁਰੂ ਜੀ, ਅਸੀਂ ਕਲਯੁਗੀ ਜੀਵ ਆਪ ਜੀ ਨੂੰ ਕਿਵੇਂ ਦੀਖਿਆ ਦਾਨ ਦੇ ਸਕਦੇ ਹਾਂ? ਪਰ ਹਜ਼ੂਰ ਕਹਿਣ ਲੱਗੇ, ਹੇ ਖਾਲਸਾ ਜੀ, ਇਹ ਅੱਜ ਤੋਂ ਮਰਜ਼ਾਦਾ ਕਾਇਮ ਕਰ ਦੇਣੀ ਹੈ। ਜੋ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਹੈ ਨਾ, ਖਾਲਸੇ ਦੀ ਪੰਜਾਂ ਪਿਆਰਿਆਂ ਦੇ ਦੁਆਰਾ, ਇਹਨਾਂ ਦਾ ਹੁਕਮ ਅਟਲ ਹੋਇਆ ਕਰੇਗਾ, ਅਚਲ ਹੁਕਮ ਇਹਨਾਂ ਦਾ ਚੱਲਿਆ ਕਰੇਗਾ ਆਉਣ ਵਾਲੇ ਸਮੇਂ ਅੰਦਰ। ਇਸ ਲਈ ਖਾਲਸਾ ਜੀ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਵੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਮਿਲ ਕਰਕੇ ਪੰਜ ਪਿਆਰਿਆਂ ਵਿਚਾਰ ਕੀਤੀ, ਮਹਾਰਾਜ ਅਸੀਂ ਸੀਸ ਦਾ ਬਲੀਦਾਨ ਦੇ ਕਰਕੇ ਆਪ ਜੀ ਤੋਂ ਖੰਡੇ ਬਾਟੇ ਦੀ ਪਾਹੁਲ ਛਕੀ ਹੈ। ਹੇ ਮਹਾਰਾਜ, ਆਪ ਇਸ ਅੰਮ੍ਰਿਤ ਦੇ ਬਦਲੇ ਸਾਨੂੰ ਕੀ ਦੇਵੋਗੇ? ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਖਾਲਸਾ ਜੀ, ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਤੋਂ ਵਾਰ ਦਿੱਤੇ ਹੈ, ਰਹਿੰਦਾ ਸਰਬੰਸ ਵੀ ਧਰਮ ਤੋਂ ਕੁਰਬਾਨ ਕਰ ਦੇਵਾਂਗੇ, ਇਹ ਖੰਡੇ ਬਾਟੇ ਦੀ ਪਾਹਲ ਸਾਨੂੰ ਛਕਾ ਦੇਵੋ। ਤੇ ਹਜ਼ੂਰ ਨੇ ਕਹੇ ਹੋਏ ਵਾਕ ਇਹ ਸਫਲੇ ਵੀ ਕੀਤੇ ਹੈ। ਸਾਧ ਸੰਗਤ ਜੀ, ਚਾਰ ਸਾਹਿਬਜ਼ਾਦੇ ਵੀ ਵਾਰ ਦਿੱਤੇ ਹੈ, ਸਰਬੰਸ ਸਾਰਾ ਕੁਰਬਾਨ ਕਰ ਦਿੱਤਾ ਇਸ ਧਰਮ ਦੇ ਵਾਸਤੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹੈ ਸਿੱਧੋ ਪੰਜ ਪਰਵਾਨ, ਕਹਿੰਦੇ ਹਨ ਕਿ ਮੰਨਣ ਜੋ ਖਾਲਸੇ ਨੂੰ ਪੰਜਾਂ ਪਿਆਰਿਆਂ ਦੀ ਅਸਾਂ ਨੇ ਸਿਰਜਣਾ ਕਰਨੀ ਹੈ ਦਸਵੇਂ ਜਾਮੇ ਦੇ ਅੰਦਰ। ਇਹ ਸਾਧ ਸੰਗਤ ਜੀ, ਜਦੋਂ ਚਮਕੌਰ ਦੀ ਗੜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੱਡਿਆ, ਉਸ ਸਮੇਂ ਵੀ ਪੰਜਾਂ ਪਿਆਰਿਆਂ ਦਾ ਹੁਕਮ ਮੰਨਿਆ ਸੀਗਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਪਹਿਲਾਂ ਇਕੱਲੇ ਸਿੰਘ ਭਾਵੇਂ ਬੇਨਤੀ ਕਰਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਪਰ ਹਜ਼ੂਰ ਨੇ ਚਮਕੌਰ ਦੀ ਗੜੀ ਨਹੀਂ ਛੱਡੀ ਸੀ। ਜਦੋਂ ਪੰਜਾਂ ਪਿਆਰਿਆਂ ਨੇ ਜੋ ਵਿਚਾਰ ਕੀਤੀ ਗੁਰਮਤਾ ਕਰਕੇ, ਫਿਰ ਹੁਕਮ ਕੀਤਾ ਕਿ ਮਹਾਰਾਜ ਆਪ ਨੇ ਪੰਜਾਂ ਪਿਆਰਿਆਂ ਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਹੁਕਮ ਅਟਲ ਹੋਵੇਗਾ, ਮਹਾਰਾਜ ਹੁਣ ਤੁਹਾਨੂੰ ਬਚਨ ਮੰਨਣਾ ਪਵੇਗਾ। ਫਿਰ ਹਜ਼ੂਰ ਨੇ ਚਮਕੌਰ ਦੀ ਗੜੀ ਨੂੰ ਤਿਆਗਿਆ ਸੀਗਾ। ਇਸ ਪ੍ਰਕਾਰ ਇਹ ਪੰਜਾਂ ਦੀ ਬਹੁਤ ਸਾਧ ਸੰਗਤ ਜੀ ਮਹਾਨਤਾ ਹੈ। ਅੱਜ ਭਾਵੇਂ ਜੋ ਵਰਤਮਾਨ ਸਮੇਂ ਦੇ ਅੰਦਰ ਸਾਧ ਸੰਗਤ ਜੀ ਸਾਡੇ ਜਿਹੜੇ ਆਗੂ ਹੈ, ਸਰਕਾਰਾਂ ਨੇ ਪੰਜਾਂ ਪਿਆਰਿਆਂ ਦੀ ਸ਼ਕਤੀ ਨੂੰ ਆਪਣੇ ਅਧੀਨ ਕਰਨ ਦਾ ਯਤਨ ਕਰਨਾ ਕੀਤਾ ਹੈ। ਸਮੇਂ ਦੌਰਾਨ ਅੱਜ ਦੇ ਕੁਝ ਇੱਦਾਂ ਦੇ ਸਾਧ ਸੰਗਤ ਹਾਲਾਤ ਚੱਲਦੇ ਪਏ ਹੈ, ਪਰ ਜੋ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜੋ ਮਰਜ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਇਮ ਕੀਤੀ ਹੈ, ਸਾਧ ਸੰਗਤ ਇਹਨੂੰ ਕੋਈ ਮਿਟਾ ਨਹੀਂ ਸਕਦਾ। ਸਮਾਂ ਕੁਝ ਹੋ ਸਕਦਾ ਹੈ, ਥੋੜਾ ਬਹੁਤਾ ਇਹਦੇ ਵਿੱਚ ਸਾਧ ਸੰਗਤ ਜੀ ਆਪਣੇ ਅਧੀਨ ਕਰਨ ਦਾ ਕੋਈ ਯਤਨ ਕਰੇ, ਪਰ ਮਰਜ਼ਾਦਾ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਮਰਜ਼ਾਦਾ ਹੈ। ਸਮੇਂ ਦੀਆਂ ਸਰਕਾਰਾਂ ਭਾਵੇਂ ਯਤਨ ਕਰਦੀਆਂ ਪਈਆਂ ਨੇ ਕਿ ਜੋ ਪੰਜਾਂ ਪਿਆਰਿਆਂ ਦਾ ਹੁਕਮ ਉਹਨਾਂ ਤੇ ਵੀ ਆਪਣਾ ਚਲਾਉਣ ਦਾ ਯਤਨ ਕਰ ਰਹੀਆਂ ਨੇ, ਪਰ ਇਹ ਮਰਜ਼ਾਦਾ ਨੂੰ ਕੋਈ ਸਦਾ ਵਾਸਤੇ ਨਹੀਂ ਭੰਗ ਕਰ ਸਕਦਾ। ਇਹ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੀ ਬਖਸ਼ੀ ਹੋਈ ਮਰਜ਼ਾਦਾ ਹੈ। ਇਸ ਲਈ ਐਸੇ ਹਜ਼ੂਰ ਕਹਿੰਦੇ ਪੰਜ ਪਰਵਾਨ, ਹੇ ਸਿੱਧੋ
ਮੰਨਣ ਯੋਗ ਐਸੇ ਪ੍ਰਮਾਣਿਕ ਪੰਜਾਂ ਪਿਆਰਿਆਂ ਦੀ ਸਿਰਜਣਾ ਕਰਾਂਗੇ ਦਸਵੇਂ ਜਾਮੇ ਅੰਦਰ। ਫਿਰ ਮਹਾਰਾਜ ਪ੍ਰਧਾਨਤਾ ਕਿਹਨਾਂ ਦੀ ਹੋਵੇਗੀ? ਕਹਿੰਦੇ ਜਿਹੜੇ ਪੰਜ ਗੁਰਬਾਣੀਆਂ ਦਾ ਜਾਪ ਕਰਿਆ ਕਰਨਗੇ। ਪਹਿਲੀ ਜਪਜੀ ਸਾਹਿਬ, ਦੂਸਰੀ ਜਾਪ ਸਾਹਿਬ, ਤੀਸਰੀ ਤਵੈ ਪ੍ਰਸਾਦ ਸਵਈਏ, ਚੌਥੀ ਚੌਪਈ ਸਾਹਿਬ ਤੇ ਪੰਜਵੀਂ ਆਨੰਦ ਸਾਹਿਬ। ਸੰਪੂਰਨ ਜੋ 40 ਪੌੜੀਆਂ ਵਾਲਾ ਜੋ ਪਾਠ ਹੈ। ਅੱਜ ਸਾਧ ਸੰਗਤ 5 ਪੌੜੀਆਂ ਪੜ੍ਹ ਕੇ ਹੀ ਆਪਾਂ ਸਮਾਪਤੀ ਕਰ ਦਿੰਦੇ ਹਾਂ ਆਨੰਦ ਸਾਹਿਬ ਦੇ ਬਾਣੀ ਦੀਆਂ, ਪਰ ਸੰਪੂਰਨ ਮਰਜ਼ਾਦਾ ਹੈ ਕਿ 40 ਪੌੜੀਆਂ ਪੜ੍ਹ ਕੇ ਹੀ ਸਾਧ ਸੰਗਤ ਜੀ ਸਮਾਪਤੀ ਕਰਨੀ ਚਾਹੀਦੀ ਹੈ। ਦੇਗ ਦੇ ਕੋਲ ਵੀ ਮਰਜ਼ਾਦਾ ਹੈ ਕਿ ਆਨੰਦ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਨਾ। ਜਪਜੀ ਸਾਹਿਬ ਦਾ ਪਾਠ ਕਰਕੇ ਫਿਰ 5 ਪੌੜੀਆਂ ਪੜ੍ਹ ਕੇ ਸਾਰ ਦਿੰਦੇ ਆ ਤੇ ਫਿਰ ਕਹਿੰਦੇ ਆ ਜੀ ਮਹਾਰਾਜ ਸਾਡਾ ਕਾਰਜ ਹੀ ਨਹੀਂ ਸਫਲਾ ਹੁੰਦਾ। ਜੇ ਗੁਰਬਾਣੀ ਪੂਰੀ ਨਹੀਂ ਪੜ੍ਹਨੀ ਤੇ ਪੂਰਾ ਫਲ ਕਿਵੇਂ ਸਾਨੂੰ ਪ੍ਰਾਪਤ ਹੋਵੇਗਾ? ਇਹ ਸਿੱਧੀ ਜੀ ਸਾਧ ਸੰਗਤ ਜੀ ਅਰਥ ਹੈ। ਜੇ ਪੂਰਾ ਕੋਈ ਕੰਮ ਕਰੇ ਤੇ ਪੂਰਾ ਹੀ ਲਾਭ ਮਿਲਦਾ। ਗੁਰਬਾਣੀ ਜੇ ਪੂਰੀ ਪੜਾਂਗੇ, ਸੋਧ ਕਰਕੇ ਲਗਾ ਮਾਤਰਾਵਾਂ ਸੰਥਿਆ ਕਰਕੇ ਭਾਵਨਾ ਦੇ ਨਾਲ ਜਾਪ ਕਰਾਂਗੇ ਤੇ ਸਤਿਗੁਰੂ ਜੀ ਫਲ ਵੀ ਪੂਰਾ ਹੀ ਦੇਣਗੇ। ਜੇ ਮਰਜ਼ਾਦਾ ਪੂਰੀ ਗੁਰਬਾਣੀ ਪੜ੍ਹਨ ਦੀ ਹੈ ਤੇ ਫਿਰ ਸਾਨੂੰ ਮਨਮਤ ਨਹੀਂ ਕਰਨੀ ਚਾਹੀਦੀ। ਜੇ ਸਤਿਗੁਰਾਂ ਨੇ ਸਾਨੂੰ ਗੁਰਮਤਿ ਦ੍ਰਿੜ ਕਰਵਾਈ ਹੈ ਨਾ ਕਿ 40 ਪੌੜੀਆਂ ਪੂਰਾ ਹੀ ਪਾਠ ਕਰਨਾ ਚਾਹੀਦਾ ਤੇ ਪੂਰਾ ਹੀ ਸਾਨੂੰ ਪੜ੍ਹਨਾ ਚਾਹੀਦਾ। ਔਰ ਚੌਪਈ ਸਾਹਿਬ ਗੁਰਬਾਣੀ ਦਾ ਜਾਪ ਵੀ ਸਾਧ ਸੰਗਤ ਜੀ ਸੰਪੂਰਨ 29 ਪੌੜੀਆਂ ਵਾਲਾ ਪੜ੍ਹਨਾ ਚਾਹੀਦਾ। ਇਹਦੇ ਵਿੱਚੋਂ ਵੀ ਘੱਟ ਹੀ ਅਸੀਂ ਕਰਨ ਲੱਗ ਪਏ ਹਾਂ। ਇਸ ਪ੍ਰਕਾਰ ਹਜ਼ੂਰ ਨੇ ਬਚਨ ਕੀਤਾ ਹੈ, ਸਿੱਧੋ ਪੰਜ ਪ੍ਰਧਾਨ। ਉਹਨਾਂ ਦੀ ਪ੍ਰਧਾਨਤਾ ਹੋਵੇਗੀ, ਉਹ ਵੱਡੇ ਗਿਣੇ ਜਾਣਗੇ, ਮੰਨਣ ਯੋਗ ਹੋਵਣਗੇ ਜੋ ਪੰਜਾਂ ਗੁਰਬਾਣੀਆਂ ਦਾ ਭਾਵਨਾ ਦੇ ਨਾਲ ਜਾਪ ਕਰਿਆ ਕਰਨਗੇ। ਪੰਜੇ ਪਾਵਹਿ ਦਰਗਹਿ ਮਾਨ। ਮਹਾਰਾਜ ਸੱਚੇ ਪਾਤਸ਼ਾਹੀ ਨੇ ਉਪਦੇਸ਼ ਬੜਾ ਹੀ ਵਿਸਥਾਰ ਦੇ ਨਾਲ ਦਿੱਤਾ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਮੈਂ ਜ਼ਿਆਦਾ ਵਿਸਥਾਰ ਕਰ ਸਕਾਂ। ਇਹ ਪੰਜਾਂ ਬਾਣੀਆਂ ਦਾ ਸਾਧ ਸੰਗਤ ਮਹਾਤਮ ਵੀ ਬਹੁਤ ਜ਼ਿਆਦਾ ਹੈ। ਜਿਵੇਂ ਜਪਜੀ ਸਾਹਿਬ ਪਾਵਨ ਬਾਣੀ ਹੈ, ਬ੍ਰਹਮ ਗਿਆਨ ਦੀ ਅਵਸਥਾ ਦੇ ਵਾਸਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦਸਮ ਪਿਤਾ ਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਦੀ ਰਸਨਾ ਤੋਂ ਉਚਾਰਨ ਕੀਤੀ ਜਾਪ ਸਾਹਿਬ ਪਾਵਨ ਬਾਣੀ ਹੈ। ਪਰਮੇਸ਼ਰ ਦੇ ਤਟਸਥੀ ਲਖਣ ਔਰ ਨਮਸਕਾਰਾਂ ਦੀ ਪਵਿੱਤਰ ਬਾਣੀ ਹੈ। ਫਿਰ ਤਵੈ ਪ੍ਰਸਾਦ ਸਵਈਏ 10 ਸਵਈਆਂ ਦੀ ਜੋ ਬਾਣੀ ਹੈ, ਇਹ ਵੈਰਾਗ ਪ੍ਰਗਟ ਕਰਨ ਵਾਲੀ ਪਾਵਨ ਬਾਣੀ ਹੈ। ਪਖੰਡ ਦਾ ਖੰਡਨ ਕਰਨ ਵਾਲੀ ਗੁਰੂ ਕੀ ਬਾਣੀ ਹੈ। ਚੌਪਈ ਸਾਹਿਬ ਬੇਨਤੀਆਂ ਕਰਨ ਦੀ ਰੱਖਿਆ ਦੇ ਵਾਸਤੇ ਪਾਵਨ ਬਾਣੀ ਉਚਾਰਨ ਕੀਤੀ ਹੈ। ਫਿਰ ਆਨੰਦ ਸਾਹਿਬ ਮੁਕਤੀ ਦੀ ਦਾਤ ਵਾਸਤੇ ਉਚਾਰਨ ਕੀਤੀ ਹੈ। ਭਾਵੇਂ ਸਾਧ ਸੰਗਤ ਜੀ ਇੱਕ ਇੱਕ ਅੱਖਰ ਗੁਰਬਾਣੀ ਦਾ ਗੁਰੂ ਸਰੂਪ ਹੈ, ਪਰ ਕੁਝ ਵਿਸ਼ੇਸ਼ ਕਰਕੇ ਮਹਾਨਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸਾਉਣਾ ਕੀਤੀ, ਜੋ ਵਿਸ਼ੇਸ਼ ਕਰਕੇ ਸਤਿਗੁਰੂ ਜੀ ਨੇ ਪਾਵਨ ਬਾਣੀ ਨੂੰ ਉਚਾਰਨ ਕੀਤਾ ਹੈ। ਸੋ ਇਸ ਪ੍ਰਕਾਰ ਹਜੂਰ ਅੱਗੇ ਬਚਨ ਕਰਦੇ ਹਨ। ਪੰਚੇ ਪਾਵਹਿ ਦਰਗਹਿ ਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਧੋ, ਜਿਵੇਂ ਖਾਲਸੇ ਦੀ ਸਿਰਜਣਾ ਕਰਨੀ, ਮੰਨਣ ਯੋਗ ਪੰਜ ਪਿਆਰੇ ਹੋਵਣਗੇ, ਪੰਜਾਂ ਬਾਣੀਆਂ ਦਾ ਜਾਪ ਕਰਨ ਵਾਲਿਆਂ ਦੀ ਪ੍ਰਧਾਨਤਾ ਹੋਵੇਗੀ ਤੇ ਦਰਗਾਹ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਮਿਲਣਾ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਜਿਵੇਂ ਕੁੜੀ ਮਾਰ, ਨੜੀ ਮਾਰ, ਸਿਰ ਵੇਚ, ਸਿਰ ਗੁੰਮ, ਇਹ ਸਾਧ ਸੰਗਤ ਜੀ ਇਹਨਾਂ ਦਾ ਜਿਨ੍ਹਾਂ ਨੇ ਤਿਆਗ ਕਰਨਾ ਕੀਤਾ ਹੈ। ਪੰਚੇ ਪਾਵਹਿ ਦਰਗਹਿ ਮਾਨ, ਉਹਨਾਂ ਦਾ ਕਹਿੰਦੇ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਮੰਨਣ ਯੋਗ ਹੋਵੇਗਾ, ਸੱਚੀ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਪ੍ਰਾਪਤ ਹੋਵੇਗਾ। ਔਰ ਇਸੇ ਪ੍ਰਕਾਰ ਇਹੀ ਪੰਕਤੀ ਫਿਰ ਪੜੋ ਜੀ। ਪੰਚੇ ਪਾਵਹਿ ਦਰਗਹਿ ਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ, ਜੋ ਪੰਜਾਂ ਪਿਆਰਿਆਂ ਦੀ ਸਿਰਜਣਾ ਕਰਨੀ ਹੈ ਨਾ, ਉਹ ਐਸੇ ਮੰਨਣ ਯੋਗ ਹੋਣਗੇ। ਦਰ ਗਹਿ, ਸੰਸਾਰ ਰੂਪੀ ਦਰ ਦੇ ਉੱਪਰ ਸਭ ਥਾਵਾਂ ਤੇ ਉਹਨਾਂ ਨੂੰ ਮਾਣ ਪ੍ਰਾਪਤ ਹੋਵੇਗਾ, ਕਿਉਂਕਿ ਇਨ ਪੰਚਨ ਮਹਿ ਮੇਰੋ ਵਾਸਾ। ਇਹ ਪੰਜਾਂ ਪਿਆਰਿਆਂ ਨੂੰ ਮਹਾਨ ਬਖਸ਼ਿਸ਼ ਕੀਤੀ ਹੈ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਿਹਨਾਂ ਦੇ ਪ੍ਰਥਾਏ ਇਹ ਬਚਨ ਕੀਤੇ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਇਹ ਪੰਜਾਂ ਪਿਆਰਿਆਂ ਨੂੰ, ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਣ ਬਖਸ਼ਿਸ਼ ਕੀਤਾ ਹੈ। ਮਹਾਨ ਵਡਿਆਈਆਂ ਸਤਿਗੁਰੂ ਜੀ ਨੇ ਦਿੱਤੀਆਂ ਹਨ
ਕਿ ਖਾਲਸਾ ਸਾਡਾ ਖਾਸ ਸਰੂਪ ਹੈ, ਖਾਲਸੇ ਵਿੱਚ ਸਾਡਾ ਸਦਾ ਹੀ ਨਿਵਾਸ ਹੋਵੇਗਾ, ਔਰ ਖਾਲਸਾ ਸਾਡੀ ਇਸ਼ਟ ਹੈ, ਖਾਲਸਾ ਹੀ ਸਾਡੀ ਪਤ ਹੈ, ਖਾਲਸਾ ਸਾਡਾ ਧਰਮ ਹੈ। ਇਹ ਸਭ ਖਾਲਸੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ। ਸੋ ਇਸ ਪ੍ਰਕਾਰ ਪੰਚੇ ਸੋਹੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਚੇ ਪਾਵਹਿ ਦਰਗਹਿ ਮਾਨ। ਜਿਨ੍ਹਾਂ ਨੇ ਸਾਧ ਸੰਗਤ ਜੀ ਐਸੇ ਪੰਜ ਪਿਆਰਿਆਂ ਨੇ ਸਤਿਗੁਰੂ ਜੀ ਦੀ ਦਰਸਾਈ ਹੋ ਮਰਜ਼ਾਦਾ ਨੂੰ ਹਿਰਦੇ ਅੰਦਰ ਪਰਪੱਕ ਕਰਕੇ ਨਿਸ਼ਚੈ ਕਰਕੇ ਮੰਨਿਆ ਹੈ, ਤਿਨਾਂ ਪ੍ਰਥਾਏ ਸਤਿਗੁਰੂ ਜੀ ਨੇ ਫਰਮਾਨ ਕੀਤਾ, ਦਰ ਸਤ ਸੰਗਤ ਰੂਪੀ ਦਰ ਦੇ ਵਿੱਚ ਉਹਨਾਂ ਪੰਜਾਂ ਪਿਆਰਿਆਂ ਦਾ ਵੀ ਮਾਣ ਹੋਇਆ ਕਰੇਗਾ। ਸਾਧ ਸੰਗਤ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ, ਹੁਕਮਨਾਮਾ ਸਾਹਿਬ ਤੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ, ਉਹ ਸਮੇਂ ਵੀ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਮਾਣ ਕੱਢਿਆ ਜਾਂਦਾ ਹੈ, ਸਤਿਕਾਰ ਕੀਤਾ ਜਾਂਦਾ ਹੈ। ਕਿਵੇਂ? ਸਭ ਤੋਂ ਪਹਿਲਾਂ ਦੇਗ ਪੰਜਾਂ ਪਿਆਰਿਆਂ ਦੀ ਕੱਢੀ ਜਾਂਦੀ ਹੈ, ਕੜਾ ਪ੍ਰਸ਼ਾਦ ਦੀ ਦੇਗ। ਕਿਵੇਂ? ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਣੇ ਸਪੂਤ 4 ਸਪੁੱਤਰ ਹੋਏ ਹੈ, ਉਹ 4 ਪਿਆਰਿਆਂ ਦੀ 4 ਸਪੁੱਤਰਾਂ ਦੇ ਪ੍ਰਤੀ ਨਹੀਂ ਦੇਗ ਕੱਢੀ ਜਾਂਦੀ। ਇਹ ਪੰਜਾਂ ਪਿਆਰਿਆਂ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇਹ ਮਰਜ਼ਾਦਾ ਕਾਇਮ ਕੀਤੀ ਹੈ ਕਿ ਸਭ ਤੋਂ ਪਹਿਲਾਂ ਦੇਗ ਸੰਗਤ ਵਿੱਚ ਵਰਤਾਉਣੇ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਵਾਸਤੇ ਕੱਢੀ ਜਾਂਦੀ ਹੈ। ਕਿੰਨਾ ਮਾਣ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਰੂਪੀ ਦਰ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਣ ਇਹ ਪੰਜਾਂ ਪਿਆਰਿਆਂ ਨੂੰ ਪ੍ਰਾਪਤ ਹੋਵੇਗਾ। ਪੰਚੇ ਸੋਹ ਹੈ ਦਰ ਰਾਜਾਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੋ ਰਾਜਾ ਰੂਪ ਹੋ ਕਰਕੇ ਕਿੰਨਾਂ ਨੇ ਸ਼ੋਭਨਿਕ ਬਣਨਾ ਕੀਤਾ ਹੈ। ਰਾਜਾ ਸਰੂਪ ਕੌਣ ਹਨ? ਅਕਾਲ ਪੁਰਖ ਪਰਮੇਸ਼ਰ ਸਰੂਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਹਜੂਰ ਕਹਿੰਦੇ ਜਿਨ੍ਹਾਂ ਨੇ ਹੁੱਕਾ ਹਜਾਮਤ ਹਲਾਲੋ ਹਰਾਮ ਇਹ ਬੱਜਰ ਕੁਰਹਿਤਾਂ ਦਾ ਜਿਨ੍ਹਾਂ ਨੇ ਤਿਆਗ ਕੀਤਾ ਹੈ, ਜੀਵਨ ਦੇ ਵਿੱਚ ਰਤਾ ਭਾਵ ਵੀ ਇਹਨਾਂ ਦਾ ਅਸਰ ਨਹੀਂ ਪੈਣ ਦੇਣਾ ਕੀਤਾ ਹੈ, ਤੇ ਇਹਨਾਂ ਨੇ ਕਹਿੰਦੇ ਹਨ ਰਾਜਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਰੂਪ ਹੋ ਜਾਣਾ ਕੀਤਾ। ਹੁੱਕਾ ਕੀ ਹੈ? ਤੰਬਾਕੂ ਬੀੜੀ ਆਦਿਕ ਸਾਧ ਸੰਗਤ ਜਿਹੜੇ ਨਸ਼ਿਆਂ ਦੀ ਵਰਤੋਂ ਕਰਨੀ ਹੈ, ਸ਼ਰਾਬ ਆਦਿਕ। ਹੁੱਕਾ ਤੇ ਹਜਾਮਤ ਕਹਿੰਦੇ ਨੇ ਸਾਧ ਸੰਗਤ ਜੀ ਕੇਸਾਂ ਦੀ ਬੇਅਦਬੀ ਕਰਨੇ ਨੂੰ। ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ ਇਹ ਸਰੀਰ ਤੋਂ ਭਾਵ ਇੱਕ ਵੀ ਰੋਮ ਦੀ ਬੇਅਦਬੀ ਨਹੀਂ ਕਰਨੀ। ਬੇਅਦਬੀ ਇਕੱਲੀ ਕੱਟ ਕੇ ਨਹੀਂ ਕੀਤੀ ਜਾਂਦੀ, ਰਗੜਿਆ ਵੀ ਜਾਂਦਾ ਹੈ, ਫਿਰ ਕਲਪ ਆਦਿਕ ਵੀ ਲਾਈ ਜਾਂਦੀ, ਰੰਗ ਵੀ ਕੇਸਾਂ ਨੂੰ ਲਾਇਆ ਜਾਂਦਾ। ਇਹ ਸਾਰੀ ਬੇਅਦਬੀ ਹੈ, ਇੱਕ ਬੱਜਰ ਕੁਰੈਤ ਮੰਨੀ ਜਾਂਦੀ ਹੈ। ਤੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁੱਕਾ ਤੇ ਹਜਾਮਤ ਕੇਸਾਂ ਦੀ ਬੇਅਦਬੀ ਕਰਨੀ ਵੀ ਬੱਜਰ ਕੁਰਹਿਤ ਹੈ। ਫਿਰ ਸਾਧ ਸੰਗਤ ਜੀ ਹਲਾਲ ਕਹਿੰਦੇ ਹਨ, ਜਿਵੇਂ ਕਲਮਾ ਪੜ੍ਹ ਕਰਕੇ ਕਿਹਾ ਜਾਂਦਾ ਜੀ ਮਾਸ ਖਾ ਲੈਣਾ ਚਾਹੀਦਾ, ਇਹ ਵੀ ਇੱਕ ਬੱਜਰ ਕੁਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਆ ਨਾ, ਜੋ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ। ਜੇ ਕਹਿੰਦੇ ਕਿ ਕੱਪੜੇ ਦੇ ਉੱਪਰ ਰੱਤ ਖੂਨ ਦੇ ਛਿੱਟੇ ਪੈ ਜਾਣ ਤੇ ਉਹਨੂੰ ਅਪਵਿੱਤਰ ਮੰਨਿਆ ਜਾਂਦਾ, ਤੇ ਜਿਸ ਰਸਨਾ ਦੇ ਨਾਲ ਜਿਹੜੇ ਮੁਖ ਦੇ ਰਾਹੀਂ ਜੇ ਸਰੀਰ ਦੇ ਅੰਦਰ ਉਹ ਖੂਨ ਸਾਰਾ ਹੀ ਗੜ ਗੜ ਕਰਕੇ ਕੋਈ ਪੀ ਜਾਵੇ ਤੇ ਉਹਦਾ ਚਿੱਤ ਭਲਾ ਕਿਵੇਂ ਪਵਿੱਤਰ ਰਹਿ ਸਕਦਾ ਹੈ, ਉਹਦਾ ਚਿੱਤ ਕਿਵੇਂ ਸ਼ੁੱਧ ਰਹਿ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਤੀਜੀ ਇਹ ਸਾਧ ਸੰਗਤ ਜੀ ਬੱਜਰ ਕੁਰੈਤ ਹੈ। ਤੇ ਚੌਥੀ ਹੈ ਹਰਾਮ, ਪਰਾਏ ਸੰਗ ਨੂੰ ਕਿਹਾ ਜਾਂਦਾ ਹੈ। ਪਰਾਏ ਇਸਤਰੀ ਜਾਂ ਪਰ ਪੁਰਸ਼ ਦੇ ਨਾਲ ਜਿਹੜਾ ਵਿਭਚਾਰ ਕਰਨਾ ਗਮਨ ਕਰਨਾ ਵੀ ਸਾਧ ਸੰਗਤ ਜੀ ਬੱਜਰ ਕੁਰੈਤ ਹੈ। ਤੇ ਪੰਜਵੀਂ ਹੈ ਨਸ਼ੇੜੀ ਦਾ ਸੰਗ ਕਰਨਾ, ਨਸ਼ੇੜੀ ਬੰਦੇ ਦੇ ਹੱਥੋਂ ਲੈ ਕਰਕੇ ਉਹਦੀ ਜੂਠ ਖਾਣੀ ਜਾਂ ਨਸ਼ੇੜੀ ਦੇ ਹੱਥੋਂ ਲੈ ਕਰਕੇ ਪਕਵਾਨ ਖਾਣੇ। ਇਹ ਪੰਜ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀਆਂ ਬੱਜਰ ਕੁਰਹਿਤਾਂ ਹਨ, ਇਹਨਾਂ ਦਾ ਤਿਆਗ ਕਰਨ ਵਾਲੇ ਰਾਜਾਨ ਰਾਜਾ ਸਰੂਪ ਪਰਮੇਸ਼ਰ ਸਰੂਪ ਹੀ ਹੋ ਜਾਵਣਗੇ। ਉਹ ਰਾਜਾ ਸਰੂਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਰੂਪ ਹੋ ਜਾਵਣਗੇ, ਜੋ ਇਹਨਾਂ ਪੰਜਾਂ ਦਾ ਤਿਆਗ ਕਰਕੇ ਰੱਖਣਗੇ। ਸਾਧ ਸੰਗਤ ਜੀ ਇਹ ਜਿਹੜੀਆਂ ਪੰਜ ਇਹ ਬੱਜਰ ਕੁਰਹਿਤਾਂ ਹੁਣੇ ਹੀ ਆਸਾਂ ਨੇ ਸਰਵਣ ਕੀਤੀਆਂ, ਇੱਕ ਵੀ ਕੋਈ ਸਾਧ ਸੰਗਤ ਇਹਦੇ ਵਿੱਚੋਂ ਜੀਵਨ ਦੇ ਵਿੱਚ ਆ ਜਾਵੇ, ਢਲਿਆਈ ਆ ਜਾਵੇ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ ਹੈ।
ਤੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਜੇਕਰ ਸਾਡੇ ਸ੍ਰੀ ਸਾਹਿਬ ਡਿੱਗ ਜਾਵੇ, ਕੰਘਾ ਵਿਸਰ ਜਾਵੇ ਤੇ ਸਾਡਾ ਅੰਮ੍ਰਿਤ ਭੰਗ ਹੋ ਗਿਆ। ਇੱਦਾਂ ਨਹੀਂ ਹੁੰਦਾ। ਇਹ ਸਾਧ ਸੰਗਤ ਜੀ ਮਰਜ਼ਾਦਾ ਹੀ ਹੈ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਅੰਮ੍ਰਿਤ ਅਭਿਲਾਖੀਆਂ ਨੂੰ ਚੇਤਾ ਹੋਵੇਗਾ, ਉਹਨਾਂ ਦੀ ਯਾਦ ਵਿੱਚ ਹੋਵੇਗਾ, ਉਹ ਸਿਮਰਤੀ ਵਿੱਚ ਹੋਵੇਗਾ ਕਿ ਪੰਜ ਪਿਆਰਿਆਂ ਨੇ ਕੀ ਮਰਜ਼ਾਦਾ ਸਾਨੂੰ ਦ੍ਰਿੜ ਕਰਵਾਈ ਸੀ। ਬੇਨਤੀ ਕਰ ਦੇਵਾਂ ਸੂਖਮ ਰੂਪ ਦੇ ਵਿੱਚ, ਜਿਹੜੇ ਕਿਰਪਾਨ ਹੈ, ਕੰਘਾ ਹੈ ਤੇ ਕੜਾ ਹੈ, ਇਹ ਜਿਹੜੇ ਤਿੰਨ ਕਕਾਰ ਹੈ ਨਾ, ਇਹ ਅਚਨਚੇਤ ਕਿਤੇ ਵਿਸਰ ਜਾਣ ਤੇ ਓਨੀ ਦੇਰ ਤੱਕ ਕੁਝ ਮੁਖ ਤੇ ਵੀ ਛਕਣ ਦੇ ਵਾਸਤੇ ਨਹੀਂ ਪਾਇਆ ਜਾਂਦਾ ਜਿੰਨੀ ਦੇਰ ਤੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੁਆਫੀ ਨਹੀਂ ਮੰਗ ਲਈ ਜਾਂਦੀ। ਕੰਘਾ, ਕੜਾ ਅਤੇ ਕਿਰਪਾਨ, ਇਹ ਪੰਜ ਜਿਹੜੇ ਤਿੰਨ ਕਕਾਰ ਹੈ, ਪੰਜਾਂ ਦੇ ਵਿੱਚੋਂ ਇਹ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਕਰਕੇ, ਜੇ ਬਾਣੀ ਨਹੀਂ ਪੜ੍ਹਨੀ ਆਉਂਦੀ ਤੇ 15 ਮਿੰਟ ਪੰਜਾਂ ਪਿਆਰਿਆਂ ਵਾਲੋਂ ਬਚਨ ਕੀਤਾ ਜਾਂਦਾ ਹੈ ਕਿ 15 ਮਿੰਟ ਮੂਲ ਮੰਤਰ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ, ਫਿਰ ਮੁਆਫੀ ਮੰਗ ਜਾਂਦੀ ਹੈ। ਤੇ ਜਿਹੜੇ ਸਾਧ ਸੰਗਤ ਜੀ ਕੇਸ ਹੈ ਤੇ ਕਸ਼ਹਿਰਾ ਹੈ, ਅਚਨਚੇਤ ਵਿਸਰ ਜਾਵੇ ਤੇ ਸਾਧ ਸੰਗਤ ਪੰਜਾਂ ਪਿਆਰਿਆਂ ਕੋਲ ਪੇਸ਼ ਹੋਣਾ ਪੈਂਦਾ ਹੈ। ਇਹ ਗੁਰੂ ਘਰ ਦੀ ਦਰਸਾਈ ਹੋਈ ਮਰਜ਼ਾਦਾ ਹੈ। ਪੰਜ ਪਿਆਰੇ ਸਹਿਬਾਨ ਮਰਜ਼ਾਦਾ ਦ੍ਰਿੜ ਕਰਵਾਉਂਦੇ ਆ ਅੰਮ੍ਰਿਤ ਅਭਿਲਾਖੀਆਂ ਨੂੰ। ਇਸ ਪ੍ਰਕਾਰ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਡੀ ਕਿਰਪਾਨ ਡਿੱਗ ਪਈ ਹੈ ਤੇ ਸਾਡਾ ਜੀ ਅੰਮ੍ਰਿਤ ਭੰਗ ਹੋ ਗਿਆ। ਇਹ ਜਿਹੜੇ ਗੱਲ ਤੋਂ ਅਵੇਸਲੇ ਹੋਣਾ ਚਾਹੁੰਦੇ ਆ ਨਾ, ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਦੇ ਨਾਲ ਪਿਆਰ ਨਹੀਂ, ਉਹ ਇਦਾਂ ਦੀਆਂ ਗੱਲਾਂ ਕਰਦੇ ਆ, ਜਾਂ ਫਿਰ ਨਾ ਪਤਾ ਹੋਣੇ ਕਰਕੇ ਵੀ ਅਸੀਂ ਕਹੀ ਜਾਂਦੇ ਹਾਂ। ਪਰ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਉਹ ਇਸ ਪ੍ਰਕਾਰ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਬਚਨ ਕੀਤੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਪੰਚੇ ਸੋਹੇ ਦਰ ਰਾਜਾਨ। ਪਰਮੇਸ਼ਰ ਦੇ ਕਹਿੰਦੇ ਦਰ ਦੇ ਉੱਪਰ ਉਹ ਰਾਜਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੂਪ ਹੋ ਜਾਵਣਗੇ। ਉਹ ਅਕਾਲ ਪੁਰਖ ਵਾਹਿਗੁਰੂ ਰਾਜਾਨ ਪਰਮੇਸ਼ਰ ਸਰੂਪ ਹੋ ਜਾਵਣਗੇ, ਜੋ ਇਹਨਾਂ ਬੱਜਰ ਗ੍ਰਹਿਤਾਂ ਦਾ ਤਿਆਗ ਕਰਨਗੇ, ਨਿਤਨੇਮ ਦੇ ਧਾਰਨੀ ਹੋਣਗੇ, ਪੰਜਾਂ ਕਕਾਰਾਂ ਦੇ ਧਾਰਨੀ ਹੋਵਣਗੇ, ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਗੇ। ਐਸੀ ਮਹਾਨ ਉਹਨਾਂ ਦੀ ਬਖਸ਼ਿਸ਼ ਹੋ ਜਾਵੇਗੀ। ਪੰਚਾ ਕਾ ਗੁਰ ਏਕ ਧਿਆਨ। ਫੇਰ ਸਿੱਧ ਕਹਿਣ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਪੰਜ ਪਿਆਰੇ ਆਪ ਜੀ ਥਾਪੋਗੇ 10ਵੇਂ ਜਾਮੇ ਵਿੱਚ, ਉਹ ਆਪੋ ਵਿੱਚ ਵੀ ਕੁਝ ਮਹਾਰਾਜ ਬਣਨਗੇ, ਉਹ ਆਪ ਕੁਝ ਬਣਨਗੇ ਕਿ ਅਸੀਂ ਵੀ ਕੁਝ। ਹਾਂ, ਇੰਨਾ ਮਾਣ ਉਹਨਾਂ ਨੂੰ ਆਪ ਨੇ ਬਖਸ਼ ਦੇਣਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਹੈ ਸਿੱਧੋ ਨਹੀਂ, ਉਹਨਾਂ ਪੰਜਾਂ ਪਿਆਰਿਆਂ ਦਾ ਧਿਆਨ ਸੁਰਤੀ ਬਿਰਤੀ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਵੇਗੀ। ਐਸੀ ਖਾਲਸੇ ਨੂੰ ਅਸੀਂ ਦਾਤ ਤੇ ਬਖਸ਼ਿਸ਼ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੰਚਾਂ ਕਾ ਗੁਰ ਏਕ ਧਿਆਨ। ਜੋ ਪੂਜਨੀ ਗੁਰੂ ਸ਼ਬਦ ਗੁਰੂ ਹੋਵੇਗਾ ਨਾ, 10ਵੇਂ ਜਾਮੇ ਦੇ ਵਿੱਚ ਜਿਸ ਨੂੰ ਅਸਾਂ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨੀ ਹੈ, ਉਹ ਸ਼ਬਦ ਗੁਰੂ ਦਾ ਹੀ ਧਿਆਨ ਧਾਰਨਗੇ। ਆਪੋ ਵਿੱਚ ਨਹੀਂ ਕੁਝ ਆਖਣਗੇ ਕਿ ਸਾਡਾ ਧਿਆਨ ਧਾਰੋ। ਮਹਾਰਾਜ ਸੱਚੇ ਪਾਤਸ਼ਾਹੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜਿਵੇਂ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਏਕ ਨਾ ਮਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਇਹ ਸਾਧ ਸੰਗਤ ਜੀ, ਇਹ ਖਾਲਸੇ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਣ ਦੱਸੇ ਹੈ ਕਿ ਸਾਡਾ ਜੋ ਖਾਲਸਾ ਹੋਵੇਗਾ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਮੜੀਆਂ ਮੱਟਾਂ ਦੀ ਪੂਜਾ ਨਹੀਂ ਕਰੇਗਾ। ਦੇਹ ਧਾਰੀਆਂ ਨੂੰ ਕਦੇ ਗੁਰੂ ਨਹੀਂ ਧਾਰਨ ਕਰੇਗਾ। ਸ਼ਬਦ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਗੁਰੂ ਮੰਨੇਗਾ ਹੀ ਨਹੀਂ। ਇਹ ਖਾਲਸੇ ਦੇ ਵਿਸ਼ੇਸ਼ ਕਰਕੇ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੇ ਹੈ। ਤੇ ਸਾਧ ਸੰਗਤ ਜੀ, ਅੱਜ ਕਹਿੰਦੇ ਤਾਂ ਅਸੀਂ ਖਾਲਸੇ ਹਾਂ ਆਪਣੇ ਆਪ ਨੂੰ, ਕਿ ਅਸੀਂ ਸਿੰਘ ਹਾਂ, ਅਸੀਂ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ। ਪਰ ਖਿਮਾ ਕਰਨਾ, ਸਾਡੇ ਭਰੋਸੇ ਹੋਰ ਥਾਵਾਂ ਤੇ ਬੱਝੇ ਹੋਏ ਹੈ। ਜਿੱਥੇ ਵੀ ਕਿਤੇ ਪਤਾ ਲੱਗ ਜਾਂਦਾ ਨਾ ਕਿ ਬਾਬਾ ਬੜਾ ਹੀ ਕਲਾਵਾਨ ਹੈ, ਉੱਥੇ ਤੇ ਬੜੀਆਂ ਸ਼ਕਤੀਆਂ ਨੇ, ਬੜਾ ਜ਼ਾਹਰ ਆ ਬਾਬਾ, ਉੱਥੇ ਪੁੱਜ ਕਰਕੇ ਜਾਂਦੇ ਆ। ਖਾਲਸੇ ਵਾਲੇ ਸਾਡੇ ਵਿੱਚ ਕੋਈ ਗੁਣ ਨਹੀਂ ਰਹਿ ਜਾਣਾ ਕੀਤੇ। ਜੇ ਖਾਲਸੇ ਵਾਲੀ ਮਰਜ਼ਾਦਾ
ਖਾਲਸੇ ਵਾਲੇ ਗੁਣ ਸਾਡੇ ਵਿੱਚ ਨਹੀਂ ਹਨ ਤੇ ਤਾਂ ਹੀ ਅਸੀਂ ਸਾਧ ਸੰਗਤ ਦਰ ਦਰ ਤੇ ਭਟਕਦੇ ਫਿਰ ਰਹੇ ਹਾਂ। ਕਿਉਂਕਿ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਹ ਵਚਨ ਕੀਤੇ ਸਨ। ਕਹਿੰਦੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਸਾਡਾ ਖਾਲਸਾ ਨਿਆਰੇਪਨ ਵਿੱਚ ਤਿਆਰ ਬਰ ਤਿਆਰ ਹੋ ਕਰਕੇ ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹੇਗਾ, ਉਦੋਂ ਤੱਕ ਅਸੀਂ ਸਾਰਾ ਹੀ ਆਪਣਾ ਤੇਜ ਪ੍ਰਤਾਪ ਬਖਸ਼ਿਸ਼ ਕਰਦੇ ਰਹਾਂਗੇ। ਪਰ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨ ਕਰੋ ਇਨ ਕੀ ਪ੍ਰਤੀਤ, ਫਿਰ ਖਾਲਸੇ ਦਾ ਸਾਨੂੰ ਕੋਈ ਭਰੋਸਾ ਨਹੀਂ ਜੇ ਗੁਰਮਤਿ ਨੂੰ ਛੱਡ ਕੇ ਬ੍ਰਾਹਮਣਾਂ ਵਾਲੀ ਰੀਤੀ ਨੂੰ ਧਾਰਨ ਕਰ ਲਿਆ। ਅੱਜ ਅਸੀਂ ਕਰੀ ਬੈਠੇ ਹਾਂ ਸਾਧ ਸੰਗਤ ਰੀਤੀਆਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀ ਬੈਠੇ ਹਾਂ, ਜੋ ਸਤਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰ ਦਰ ਤੇ ਭਟਕਦੇ ਫਿਰਨਾ, ਕਿਧਰੇ ਗ੍ਰਹਿਆਂ ਸ਼ਗਨਾਂ ਅਪਸ਼ਗਨਾਂ ਦੇ ਬਾਰੇ ਵਿਚਾਰਾਂ ਕਰਨੀਆਂ, ਪੱਤਰੀਆਂ ਖਿਲਾਉਣੀਆਂ, ਇਹ ਗੁਰਮਤਿ ਦਾ ਅਸੂਲ ਥੋੜ੍ਹਾ, ਇਹ ਬ੍ਰਾਹਮਣਾਂ ਵਾਲੀ ਰੀਤੀ ਹੈ। ਪਰ ਭੁਲੇਖੇ ਵਿੱਚ ਪੈ ਕੇ ਅਸੀਂ ਦਰ ਦਰ ਤੇ ਭਟਕਦੇ ਫਿਰਦੇ ਹਾਂ, ਪੱਤਰੀਆਂ ਖਿਲਾਉਂਦੇ ਫਿਰਦੇ ਹਾਂ, ਚੰਗੇ ਮਾੜੇ ਦਿਨਾਂ ਦੇ ਬਾਰੇ ਸ਼ਗਨਾਂ ਅਪਸ਼ਗਨਾਂ ਦੇ ਬਾਬਤ ਵਿਚਾਰਾਂ ਕਰਦੇ ਹਾਂ, ਪਰ ਇਹ ਗੁਰਮਤਿ ਦਾ ਅਸੂਲ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਮਹਾਨ ਹੀ ਸਾਧ ਸੰਗਤ ਵਡਿਆਈ ਬਖਸ਼ਿਸ਼ ਕੀਤੀ ਆ ਖਾਲਸੇ ਨੂੰ। ਹਜ਼ੂਰ ਫਰਮਾਉਂਦੇ ਆ ਕਿ ਪੰਚੇ ਸੋ ਹਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜਿਹੜੇ ਪੰਜਾਂ ਪਿਆਰਿਆਂ ਖਾਲਸੇ ਦੀ ਸਿਰਜਣਾ ਕਰਾਂਗੇ, ਪੰਚਾਂ ਕਾ, ਉਹਨਾਂ ਸ੍ਰੇਸ਼ਟ ਸਿੰਘਾਂ ਦਾ, ਸ੍ਰੇਸ਼ਟ ਖਾਲਸੇ ਦਾ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਵਿੱਚ ਹੀ ਧਿਆਨ ਹੋਵੇਗਾ। ਜੇ ਕੋ ਕਹੈ ਕਰੈ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਫਿਰ ਸਿੱਧ ਕਹਿਣ ਲੱਗੇ, ਮਹਾਰਾਜ ਪਰਮੇਸ਼ਰ ਦੀ ਕੋਈ ਵਿਚਾਰ ਕਰ ਸਕਦਾ ਸਰੂਪ ਦੀ? ਹਜ਼ੂਰ ਕਹਿੰਦੇ ਹਨ, ਜੇ ਕੋ ਕਹੈ ਕਰੈ ਵਿਚਾਰ, ਜੇਕਰ ਕੋਈ ਕਹੇ ਕਿ ਮੈਂ ਵਿਚਾਰ ਕਰਕੇ ਪੂਰਾ ਪਰਮੇਸ਼ਰ ਨੂੰ ਕਥਨ ਕਰ ਸਕਦਾ, ਉਹ ਕਥਨ ਕਰਕੇ ਦੱਸੇ ਖਾਂ ਭਲਾ, ਨਹੀਂ ਕਥਨ ਕਰ ਸਕੇਗਾ। ਕਰਤੇ ਕੈ ਕਰਣੈ ਨਾਹੀ ਸੁਮਾਰ। ਜੋ ਕਰਤੇ ਕਰਨਹਾਰਾ ਪਰਮੇਸ਼ਰ ਹੈ, ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੇਸ਼ੁਮਾਰ ਪਰਮੇਸ਼ਰ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਬੇਸ਼ੁਮਾਰ ਵਡਿਆਈਆਂ ਹਨ, ਇਸ ਲਈ ਵਾਹਿਗੁਰੂ ਦੇ ਸਰੂਪ ਦਾ ਕੋਈ ਅੰਤ ਨਹੀਂ ਪਾ ਸਕੇਗਾ। ਧੌਲ ਧਰਮ ਦਇਆ ਕਾ ਪੂਤ। ਫਿਰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਧਰਤੀ ਨੂੰ ਧੌਲੇ ਨੇ ਮਹਾਰਾਜ ਆਪਣੇ ਸਿੰਘਾਂ ਦੇ ਚੁੱਕਿਆ ਹੋਇਆ ਹੈ, ਧਰਤੀ ਦਾ ਸਾਰਾ ਭਾਰ ਧੌਲੇ ਨੇ ਚੱਕਿਆ ਹੈ, ਤੇ ਮਹਾਰਾਜ ਇੱਕ ਸਿੰਘ ਤੇ ਜਦੋਂ ਚੱਕਦਾ, ਜਦੋਂ ਉਹ ਥੱਕ ਜਾਂਦਾ, ਫਿਰ ਦੂਸਰੇ ਸਿੰਘ ਤੇ ਚੱਕਦਾ ਤੇ ਧਰਤੀ ਤੇ ਭੁਚਾਲ ਆਉਂਦਾ। ਇਹ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖ ਰਹੇ ਹੈ। ਤੇ ਹਜ਼ੂਰ ਕਹਿੰਦੇ ਹਨ, ਹੇ ਸਿੱਧੋ, ਇਹ ਤੁਹਾਡੇ ਮਨ ਦਾ ਭਰਮ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤਾ, ਸਿੱਧੋ ਧਰਮ ਰੂਪੀ ਧੌਲੇ ਨੇ ਧਰਤੀ ਨੂੰ ਆਪਣੇ ਭਾਰ ਝੱਲਿਆ ਹੋਇਆ ਹੈ। ਧਰਮ ਰੂਪੀ ਧੌਲੇ ਨੇ, ਧਰਮ ਕਰਕੇ ਹੀ ਧਰਤੀ ਖੜੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਧੌਲ ਧਰਮ ਦਇਆ ਕਾ ਪੂਤ। ਦਇਆ ਦੀ ਕੁੱਖ ਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਜਿਹੜੇ ਦਇਆਵਾਨ ਧਰਮੀ ਜੀਵ ਹੈ, ਉਹਨਾਂ ਦੇ ਆਸਰੇ ਹੀ ਧਰਤੀ ਖੜਨਾ ਕੀਤੀ ਹੈ, ਨਹੀਂ ਤਾਂ ਜਿਹੜੇ ਪਾਪ ਕਰਮ ਕਰਨ ਵਾਲੇ ਹੈ, ਧਰਤੀ ਦਾ ਬੇੜਾ ਗਰਕ ਹੋ ਜਾਵੇਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ ਧਵਲੇ ਨੇ ਨਹੀਂ, ਇਹ ਜਾਣਨਾ ਕਰੋ ਕਿ ਧਰਤੀ ਨੂੰ ਧਰਮ ਰੂਪੀ ਧਵਲੇ ਨੇ ਚੱਕਿਆ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ। ਫੇਰ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ, ਧੌਲੇ ਦਾ ਚਾਰਾ ਵੀ ਹੁੰਦਾ ਤੇ ਧਰਮ ਰੂਪੀ ਧੌਲੇ ਦਾ ਕਿਹੜਾ ਚਾਰਾ ਹੈ, ਕੀ ਚਰਦਾ? ਹਜ਼ੂਰ ਕਹਿੰਦੇ ਹਨ, ਸੰਤੋਖ ਰੂਪੀ ਇਹਦਾ ਚਾਰਾ ਹੈ। ਜਿਹੜਾ ਸੰਤੋਖ ਨੂੰ ਧਾਰਨ ਕੀਤਾ ਹੋਇਆ, ਇਹੋ ਹੀ ਚਾਰਾ ਹੈ। ਫਿਰ ਸੰਤੋਖ ਥਾਪ ਰੱਖਿਆ ਜਿਨ ਸੂਤ, ਫਿਰ ਮਰਜ਼ਾਦਾ ਦੇ ਵਿੱਚ ਸੂਤਰ ਦੇ ਵਿੱਚ ਪ੍ਰੋਗ ਕਰਕੇ ਸ੍ਰਿਸ਼ਟੀ ਨੂੰ ਰੱਖਿਆ ਹੈ। ਜੇ ਕੋ ਬੁੱਝੈ ਹੋਵੇ ਸਚਿਆਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਧੋ, ਜੇਕਰ ਕੋਈ ਬੁੱਝ ਲਵੇ ਨਾ ਇਸ ਗੱਲ ਨੂੰ, ਉਹ ਸਚਿਆਰ ਹੋ ਜਾਵੇਗਾ। ਜੇ ਕੋ ਬੁੱਝੈ, ਕੋ ਕੌਣ ਹੈ ਜਗਤ ਅੰਦਰ ਜਿਹੜਾ ਪਰਮੇਸ਼ਰ ਦੇ ਸਚਿਆਰ ਸਰੂਪ ਨੂੰ ਬੁੱਝ ਲਵੇ, ਪਰਮਾਤਮਾ ਦੇ ਸਰੂਪ ਨੂੰ ਪੂਰੀ ਤਰ੍ਹਾਂ ਕਹੇ ਕਿ ਮੈਂ ਕਥਨ ਕਰ ਸਕਦਾ,
ਕਿਸੇ ਵਿੱਚ ਇੰਨਾ ਬਲ ਨਹੀਂ ਹੈ। ਧਵਲੇ ਉੱਪਰ ਕੀਤਾ ਭਾਰ, ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਸਿੱਧੋ ਇਹ ਧਰਤੀ ਨੂੰ ਧੌਲੇ ਨਹੀਂ ਚੱਕਿਆ ਤੇ ਦੱਸੋ ਕਿੰਨਾ ਭਾਰ ਹੈ ਧਰਤੀ ਦਾ। ਤੇ ਕਹਿਣ ਲੱਗੇ ਮਹਾਰਾਜ ਇਹ ਤੇ ਸਾਡੇ ਤੋਂ ਕਥਨ ਨਹੀਂ ਕੀਤਾ ਜਾ ਸਕਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਸ਼ਕਤੀ ਨੂੰ ਕਿਵੇਂ ਕਥਨ ਕਰ ਲਵੋਗੇ। ਧਰਤੀ ਹੋਰ ਪਰੈ ਹੋਰ ਹੋਰ। ਕਹਿਣ ਲੱਗੇ ਮਹਾਰਾਜ ਇਹ ਧੌਲੇ ਦੇ ਹੇਠਾਂ ਧਰਤੀ ਹੈ। ਜਦੋਂ ਹਜੂਰ ਨੇ ਬਚਨ ਕੀਤਾ ਕਿ ਜੇ ਕਹਿੰਦੇ ਹੋ ਕਿ ਤੁਹਾਡੇ ਇੱਕ ਗੱਲ ਨੂੰ ਮਿੱਥ ਕਰਕੇ ਕਿ ਧੌਲੇ ਨਹੀਂ ਚੱਕਿਆ, ਬਾਰ-ਬਾਰ ਕਿਉਂਕਿ ਕਹੀ ਜਾਂਦੇ ਨਹੀਂ ਮਹਾਰਾਜ ਧੌਲੇ ਨਹੀਂ ਸਿੰਘਾਂ ਤੇ ਧਰਤੀ ਨੂੰ ਚੱਕਿਆ ਹੋਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਦੱਸੋ, ਫਿਰ ਜਿਸ ਧੌਲੇ ਨੇ ਧਰਤੀ ਦੇ ਭਾਰ ਨੂੰ ਚੱਕਿਆ ਉਹ ਧੌਲਾ ਕਿਹਦੇ ਆਸਰੇ ਖੜਾ। ਤੇ ਕਹਿਣ ਲੱਗੇ ਮਹਾਰਾਜ ਉਹਦੇ ਹੇਠਾਂ ਇੱਕ ਹੋਰ ਧਰਤੀ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਜਿਹੜੀ ਧਰਤੀ ਹੇਠਾਂ ਉਹ ਧਰਤੀ ਦੇ ਭਾਰ ਨੂੰ ਕਿਹਨੇ ਚੱਕਿਆ। ਤੇ ਕਹਿੰਦੇ ਹੋਰ ਧੌਲਾ ਹੋਵੇਗਾ। ਫਿਰ ਹਜੂਰ ਕਹਿੰਦੇ ਕਿੱਥੇ ਕੁ ਤੱਕ ਜਾਵੋਗੇ, ਧਰਤੀ ਦੇ ਹੇਠਾਂ ਧੌਲਾ, ਧੌਲੇ ਨੇ ਧਰਤੀ ਨੂੰ ਚੱਕਿਆ, ਕਿੱਥੋਂ ਕੁ ਤੱਕ ਜਾਵੋਗੇ। ਆਖਰਕਾਰ ਪਰਮੇਸ਼ਰ ਦੀ ਚੇਤਨ ਸ਼ਕਤੀ ਤੇ ਆਉਣਾ ਪੈਣਾ ਕਿ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਕਿਸੇ ਨੇ ਧਰਤੀ ਦੇ ਭਾਰ ਨੂੰ ਨਹੀਂ ਚੱਕਿਆ। ਇਸ ਪ੍ਰਕਾਰ ਹਜੂਰ ਕਹਿੰਦੇ ਧਰਤੀ ਹੋਰ ਪਰੈ ਹੋਰ 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 ਕਿੰਨਾ ਕੁ ਅੱਗੇ ਕਥਨ ਕਰੀ ਜਾਵੋਗੇ। ਤਿਸ ਤੇ ਭਾਰ ਤਲੈ ਕਵਣ ਜੋਰ। ਇਹਦੇ ਵਿੱਚ ਜੋਰ ਇੰਨਾ ਬਲ ਹੈ ਜੋ ਕਥਨ ਕਰ ਲਵੇ ਕਿ ਧਰਤੀ ਦਾ ਭਾਰ ਕਿੰਨਾ ਹੈ ਤੇ ਕਿੰਨੇ ਚੱਕਿਆ ਹੈ। ਇਹ ਆਪਣੇ ਬਲ ਦੇ ਦੁਆਰਾ ਕੋਈ ਕਥਨ ਨਹੀਂ ਕਰ ਸਕਦਾ। ਜੀ ਜਾਤ ਰੰਗਾ ਕੇ ਨਾਵ। ਫਿਰ ਕਹਿਣ ਲੱਗੇ ਹੈ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਕਥਨ ਨਹੀਂ ਕੀਤਾ ਜਾ ਸਕਦਾ। ਕਿੰਨੇ ਜੀਵ ਪੈਦਾ ਕੀਤੇ, 84 ਲੱਖ ਜੂਨਾਂ ਨੇ, ਸਭ ਨੂੰ ਪਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਸਿੱਧੋ ਜੀ ਅਜਾਤ ਰੰਗਾ ਕੇ ਨਾਵ। ਇਹ ਦੱਸੋ ਖਾਂ ਇੱਕ ਇੱਕ ਜੂਨ ਦੇ ਵਿੱਚ ਕਿੰਨੀਆਂ ਕਿੰਨੀਆਂ ਜਾਤੀਆਂ ਨੇ, ਕਿੰਨੇ ਕਿੰਨੇ ਪ੍ਰਕਾਰ ਦੇ ਰੰਗ ਹੈ, ਕਿੰਨੇ ਕਿੰਨੇ ਉਹਨਾਂ ਦੇ ਨਾਮ ਨੇ, ਸਾਨੂੰ ਪਤਾ ਸਾਰਾ ਨਹੀਂ। ਜੇ ਨਹੀਂ ਪਤਾ ਤੇ ਫਿਰ ਕਿਵੇਂ ਕਥਨ ਕਰ ਸਕਦੇ ਹੋ। ਜੀ ਅਜਾਤ ਰੰਗਾ ਕੇ ਨਾਵ, ਅਨੇਕਾਂ ਪ੍ਰਕਾਰ ਦੇ ਉਹਨਾਂ ਦੇ ਰੰਗ ਹਨ, ਰੂਪ ਹਨ, ਜਾਤਾਂ ਹਨ, ਕਈ ਕਈ ਪ੍ਰਕਾਰ ਦੇ ਜੀਵਾਂ ਦੇ ਨਾਮ ਹਨ। ਸਭਨਾ ਲਿਖਿਆ ਵੜੀ ਕਲਾਮ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਸਭਨਾ ਦੇ ਸਿਰ ਬਸਿਰ ਪਰਮਾਤਮਾ ਨੇ ਹੁਕਮ ਰੂਪੀ ਕਲਮ ਲੈ ਕਰਕੇ ਸਭ ਦੇ ਪ੍ਰਾਰਬਧ ਪਰਮੇਸ਼ਰ ਨੇ ਲਿਖ ਦੇਣਾ ਕੀਤੀ ਹੈ। ਇਹੋ ਲੇਖਾ ਲਿਖ ਜਾਣੈ ਕੋਏ। ਹਜੂਰ ਕਹਿਣ ਲੱਗੇ ਲਿਖੇ ਹੋਏ ਲੇਖੇ ਦੇ ਪਰਮਾਤਮਾ ਦੀ ਲਿਖਤ ਨੂੰ ਕੌਣ ਜਾਣ ਸਕਦਾ ਹੈ। ਕਿਸੇ ਵਿੱਚ ਇੰਨਾ ਬਲ ਨਹੀਂ ਹੈ। ਕੋ ਜਾਣੈ ਕੋਏ, ਕੋਈ ਨਹੀਂ ਜਾਣ ਸਕਦਾ। ਇਹੋ ਲੇਖਾ ਲਿਖ ਜਾਣੈ ਕੋਏ, ਕੌਣ ਜਾਣ ਸਕਦਾ। ਕਿਸ ਵਿੱਚ ਇੰਨੀ ਸਮਰੱਥਾ ਹੈ, ਕਿਸ ਵਿੱਚ ਇੰਨਾ ਬਲ ਹੈ ਕਿ ਵਾਹਿਗੁਰੂ ਦੀ ਲਿਖੀ ਹੋਈ ਲਿਖਤ ਨੂੰ ਜਾਣ ਸਕੇ। ਲੇਖਾ ਲਿਖਿਆ ਕੀਤਾ ਹੋਏ। ਜਿਸ ਪ੍ਰਮਾਤਮਾ ਦੇ ਜਗਤ ਦੇ ਲੇਖਿਆਂ ਦੀ ਲਿਖਤ ਨੂੰ ਲਿਖਣਾ ਕੀਤਾ ਹੈ, ਸੰਸਾਰ ਦੀ ਪਰਾਲਬਧ ਦੀ ਲਿਖਤ ਨੂੰ ਲਿਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕੁ ਉਹਦੇ ਵਿੱਚ ਬਲ ਹੈ, ਉਹਦੀ ਕਲਮ ਦੇ ਵਿੱਚ ਕਿੰਨਾ ਕੁ ਬਲ ਹੈ, ਕਲਮ ਚਲਾਉਣ ਵਾਲੇ ਵਿੱਚ ਕਿੰਨਾ ਕੁ ਬਲ ਹੈ, ਕੋਈ ਕਥਨ ਨਹੀਂ ਕਰ ਸਕਦਾ। ਕੀਤਾ ਤਾਣ ਸਵਾਲਿਓ ਰੂਪ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਤਾਣ ਕਿੰਨਾ ਬਲ ਹੈ ਪਰਮਾਤਮਾ ਦੇ ਵਿੱਚ, ਕੌਣ ਕਥਨ ਕਰ ਸਕਦਾ। ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿਉਂਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਭ ਥਾਵਾਂ ਤੇ ਵਾਹਿਗੁਰੂ ਦਾ ਹੀ ਬਲ ਵਰਤ ਰਿਹਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਸਵਾਲਿਓ ਰੂਪ। ਤੇ ਪ੍ਰਮਾਤਮਾ ਦੇ ਸਰੂਪ ਦੀ ਕੌਣ ਸੋਭਾ ਕਰ ਸਕਦਾ ਹੈ ਕਿ ਪ੍ਰਮਾਤਮਾ ਨਿਰਗੁਣ ਸਰੂਪ ਦੇ ਵਿੱਚ ਇਹੋ ਜਿਹਾ ਹੀ ਆਪ ਜੀ ਦਾ ਸਰੂਪ ਹੈ। ਕੋਈ ਦਾਅਵੇ ਕਰਕੇ ਕਥਨ ਨਹੀਂ ਕਰ ਸਕਦਾ। ਕੀਤੀ ਦਾਤ ਜਾਣੈ ਕੌਣ ਕੂਤ। ਕੂਤ ਕਿਹਦੇ ਵਿੱਚ ਇੰਨਾ ਬਲ ਹੈ ਕਿ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਿੱਤੀਆਂ ਦਾਤਾਂ ਨੂੰ ਕੋਈ ਕਥਨ ਕਰ ਸਕੇ। ਕਿੰਨੀਆਂ ਅਮੋਲਕ ਦਾਤਾਂ ਪਰਮਾਤਮਾ ਨੇ ਬਖਸ਼ੀਆਂ, ਫਿਰ ਬੇਅੰਤ ਦਾਤਾਂ ਪਰਮੇਸ਼ਰ ਦਾਤੇ ਨੇ ਦਿੱਤੀਆਂ, ਕਿਸੇ ਵਿੱਚ ਇੰਨਾ ਬਲ ਨਹੀਂ ਹੈ। ਇਹ ਸਿੱਧੋ ਕੌਣ ਕਥਨ ਕਰ ਸਕਦਾ ਹੈ। ਕਿਹਦੇ ਵਿੱਚ ਇੰਨਾ ਬਲ ਹੈ, ਇਹ ਨਾਮੁਮਕਿਨ ਹੈ।
ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਨੂੰ ਵੀ ਕੋਈ ਕਥਨ ਨਹੀਂ ਕਰ ਸਕਦਾ। ਕੀਤਾ ਪਸਾਉ ਏਕੋ ਕਵਾਉ। ਪਰਮਾਤਮਾ ਨੇ ਇਹ ਜਦੋਂ ਫੁਰਨਾ ਕੀਤਾ ਕਿ ਇੱਕ ਤੋਂ ਅਨੇਕ ਰੂਪ ਹੋਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਅੱਖ ਪਸਾਰਨ ਦੇ ਥੋੜੇ ਜਿੰਨੇ ਸਮੇਂ ਵਿੱਚ ਹੀ ਕੀਤਾ ਪਸਾਓ ਏਕੋ ਕਵਾਓ, ਇੱਕ ਸ਼ਬਦ ਦੁਆਰਾ ਹੀ ਇੱਕ ਅੱਖ ਪਸਾਰਨ ਤੋਂ ਥੋੜੇ ਜਿੰਨੇ ਸਮੇਂ ਵਿੱਚ ਹੀ ਇੱਕ ਤੋਂ ਅਨੇਕਾਂ ਰੂਪ ਹੋਣ ਦੇ ਵਾਸਤੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਕਰ ਦਿੱਤਾ ਹੈ। ਤਿਸ ਤੇ ਹੋਏ ਲੱਖ ਦਰਿਆਉ। ਫਿਰ ਉਹ ਸ੍ਰਿਸ਼ਟੀ ਦੇ ਪਸਾਰੇ ਤੋਂ ਲੱਖਾਂ ਹੀ ਦਰਿਆ ਪਾਣੀ ਵਾਲੇ ਬਣ ਗਏ ਹੈ। ਸਾਰੇ ਖੰਡ ਬ੍ਰਹਮੰਡ ਜਿਤਨੇ ਵੀ ਸੰਸਾਰ ਦੇ ਅੰਦਰ ਹੈ, ਪਰਮਾਤਮਾ ਦੇ ਇੱਕ ਅੱਖ ਪਸਾਰਨ ਤੋਂ ਥੋੜੇ ਜਿੰਨੇ ਸਮੇਂ ਅੰਦਰ ਬਣਿਆ ਹੈ। ਪਰ ਇਹ ਨਹੀਂ ਕੋਈ ਜਾਣ ਸਕਦਾ ਕਿ ਪਰਮਾਤਮਾ ਨੇ ਕਿਵੇਂ ਤੇ ਕਦੋਂ ਸ੍ਰਿਸ਼ਟੀ ਨੂੰ ਬਣਾਇਆ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਆ ਨਾ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਕਿਵੇਂ ਮਹਾਰਾਜ ਪਹਿਲਾਂ ਸੰਸਾਰ ਦੀ ਰਚਨਾ ਕੀਤੀ ਹੈ, ਕੌਣ ਜਾਣ ਸਕਦਾ ਹੈ, ਕਿਸੇ ਵਿੱਚ ਇੰਨਾ ਬਲ ਨਹੀਂ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਕੁਦਰਤ ਕਵਣ ਕਹਾ ਵਿਚਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਕਿਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਪਰਮਾਤਮਾ ਦੀ ਕੁਦਰਤ ਸ਼ਕਤੀ ਨੂੰ ਕੋਈ ਕਥਨ ਕਰ ਸਕੇ ਸਾਂ। ਪਰਮਾਤਮਾ ਦੀ ਇੰਨੀ ਕੋਈ ਸ਼ਕਤੀ ਹੈ, ਕਿਸੇ ਵਿੱਚ ਇੰਨਾ ਬਲ ਨਹੀਂ ਹੈ। ਕੁਦਰਤ ਕਵਣ ਕਹਾ ਵਿਚਾਰ, ਕੋਈ ਵਿਚਾਰ ਕਰਕੇ ਦੇਖ ਲਵੇ ਸਾ। ਵਾਰਿਆ ਨਾ ਜਾਵਾ ਏਕ ਵਾਰ। ਬਹੁਤੀ ਸ਼ਕਤੀ ਤਾਂ ਕੀ ਇੱਕ ਪਰਮਾਤਮਾ ਦਾ ਇੱਕ ਰੋਮ ਵੀ ਕੋਈ ਕਥਨ ਨਹੀਂ ਕਰ ਸਕਦਾ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਵਸਦੇ ਆ, ਕਰੋੜਾਂ ਕਰੋੜਾਂ ਬ੍ਰਹਮੇ ਸ੍ਰਿਸ਼ਟੀ ਨੂੰ ਸਾਜਣ ਦੇ ਵਾਸਤੇ ਲਗਾਏ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਇਸ ਲਈ ਇੱਕ ਵਾਲ ਵੀ ਕੋਈ ਰੱਬ ਦਾ ਕਥਨ ਨਹੀਂ ਕਰ ਸਕਦਾ। ਬਹੁਤੀ ਸ਼ਕਤੀ ਤਾਂ ਭਲਾ ਕੀ ਕਿਸੇ ਨੇ ਕਥਨ ਕਰਨੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਕਰਨਾ ਚਾਹੀਦਾ? ਹਜੂਰ ਕਹਿੰਦੇ ਹੈ, ਸਿੱਧੋ ਇਹੋ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਚਾਹੀਦੀਆਂ ਹੈ। ਪਰਮਾਤਮਾ ਜੋ ਆਪ ਜੀ ਨੂੰ ਭਾਵਦਾ ਉਹ ਹੀ ਭਲੀ ਕਾਰ ਹੈ। ਜਿਵੇਂ ਮਹਾਰਾਜ ਆਪ ਜੀ ਨੂੰ ਭਾਉਂਦਾ ਸੀ, ਜਿਵੇਂ ਹੁਣ ਭਾ ਰਿਹਾ, ਜਿਵੇਂ ਆਉਣ ਵਾਲੇ ਸਮੇਂ ਵਿੱਚ ਭਾਵੇਗਾ, ਉਹ ਕੁਝ ਮਹਾਰਾਜ ਚੰਗਾ ਸੀ, ਚੰਗਾ ਹੈ, ਚੰਗਾ ਹੋਵੇਗਾ। ਇਉਂ ਪਰਮਾਤਮਾ ਦੇ ਚਰਨਾਂ ਵਿੱਚ ਇਉਂ ਇੱਕ ਮਨ ਚਿਤ ਹੋ ਕਰਕੇ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹੈ, ਹੇ ਸਿੱਧੋ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ, ਹੇ ਪਰਮਾਤਮਾ ਤੂੰ ਸਦੀਵੀ ਕਾਲ ਵਾਸਤੇ ਸਥਿਰ ਰਹਿਣ ਵਾਲਾ ਹੈ। ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੇ ਅੰਦਰ ਮਹਾਰਾਜ ਆਪ ਜੀ ਦਾ ਸਰੂਪ ਸੱਚਾ ਹੈ। ਹੇ ਨਿਰੰਕਾਰ ਆਕਾਰ ਤੋਂ ਰਹਿਤ ਨਿਰਗੁਣ ਸਰੂਪ ਅੰਦਰ ਪਰਮਾਤਮਾ ਆਪ ਜੀ ਜੁਗੋ ਜੁਗ ਅਟਲ ਰਹਿਣ ਵਾਲੇ ਹੋ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 16ਵੀਂ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਹਦੇ ਵਿੱਚ ਨਿਧਿਆਸਣ ਦਾ ਸਰੂਪ ਕਥਨ ਕੀਤਾ ਹੈ। ਫਿਰ ਨਿਧਿਆਸਣ ਦੀ ਕਮਾਈ ਕਰਨ ਵਾਲਿਆਂ ਦੇ ਪਰਥਾਏ, ਫਿਰ ਸਾਧ ਸੰਗਤ ਜੀ ਸਰੀਰ ਦੇ ਅੰਦਰ ਪ੍ਰਾਣਾਂ ਦੇ ਸਰੀਰ ਦੇ ਅੰਦਰ ਮੁਖੀ ਕੀ ਹੈ, ਫਿਰ ਯੋਗ ਮਤ ਪਰਥਾਏ ਔਰ ਭਵਿੱਖਤ ਵਾਗ ਸਤਿਗੁਰਾਂ ਨੇ ਕਥਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਇਸ ਪੌੜੀ ਦੇ ਅੰਦਰ ਬਹੁਤ ਵੱਡਾ ਸਾਧ ਸੰਗਤ ਜੀ ਸਿਧਾਂਤ ਬਖਸ਼ਿਆ, ਪਰ ਸਮਾਂ ਬਹੁਤ ਹੋ ਚੁੱਕਾ ਹੈ, ਇਸ ਲਈ ਅੱਜ ਇੱਥੇ ਹੀ ਸਾਧ ਸੰਗਤ ਦੀ ਸਮਾਪਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਤੇ ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਵੋ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ
ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ